ਹਾਜ਼ਰਾ ਹਜ਼ੂਰ ਚਾਰਾ ਜਹੂਰ ਕਲਯੁਗ ਦੇ ਬੋਹਿਤ ਨਾਮ ਦੇ ਜਹਾਜ਼ ਹਲਕ ਪਲਕ ਦੇ ਰੱਖਿਆ ਲੋਕ ਪ੍ਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਗੁਰੂ ਦੇ ਵਜ਼ੀਰਾਂ ਦੇ ਕੋਲੋਂ ਸੰਧਿਆ ਦੀ ਬਾਣੀ ਨਿਤਨੇਮ ਦੀ ਬਾਣੀ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕਰ ਰਹੀ ਅਤੇ ਗੁਰੂ ਪਾਤਸ਼ਾਹ ਦੀ ਮਿੱਠੀ ਅਤੇ ਨਿੱਕੀ ਗੋਦ ਦਾ ਨਿੱਕ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿਤਨੇ ਵੀ ਗੁਰਮੁਖ ਪਿਆਰੇ ਗੁਰੂ ਦੀ ਗੋਦ ਦੇ ਵਿੱਚ ਬੈਠੇ ਹੋ, ਬਾਣੀ ਦੀ ਵਿਚਾਰ ਇਤਿਹਾਸ ਦੇ ਨਾਲ ਆਪਾਂ ਜੁੜੀਏ। ਉਸ ਤੋਂ ਪਹਿਲਾਂ ਮੇਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜਿੱਥੇ ਆਪਾਂ ਜੁੜ ਬੈਠੇ ਹਾਂ ਗੁਰੂ ਦੀ ਗੋਦ ਨੂੰ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਜਗ੍ਹਾ ਜਗ੍ਹਾ ਤੇ ਸਤ ਸੰਗਤ ਕਿਹਾ ਹੈ। ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਬਚਨ ਹਨ। ਉਹਨਾਂ ਬਚਨਾਂ ਤੋਂ ਇਹ ਗੱਲ ਸਪਸ਼ਟ ਹੁੰਦੀ ਹੈ, ਗੁਰੂ ਪਾਤਸ਼ਾਹ ਜੀ ਦੇ ਕੋਲ ਕੋਈ ਗੁਰਮੁਖ ਪਿਆਰਾ ਆਇਆ ਹੋਵੇਗਾ, ਉਸਨੇ ਆ ਕੇ ਜੋ ਬੇਨਤੀ ਕੀਤੀ ਗੁਰੂ ਪਾਤਸ਼ਾਹ ਨੇ ਉਹ ਪਹਿਲਾਂ ਅੰਕਿਤ ਕੀਤੀ ਹੈ ਅਤੇ ਜੋ ਉਸ ਦੀ ਪੁਕਾਰ ਸੀ, ਜੋ ਉਸ ਦੀ ਤੜਪ ਸੀ, ਫਿਰ ਗੁਰੂ ਸਾਹਿਬ ਨੇ ਅੱਗੇ ਉਸ ਦਾ ਜਵਾਬ ਆਪਣੇ ਬਚਨਾਂ ਦੇ ਰਾਹੀਂ ਦਿੱਤਾ ਹੈ। ਸਿੱਖ ਆਇਆ ਆ ਕੇ ਉਹਨੇ ਬੇਨਤੀ ਕੀਤੀ, ਵਿਸਰੇ ਨਾਹੀਂ ਜਿਤ ਤੂੰ ਕਬਹੂੰ ਸੋ ਥਾਨ ਤੇਰਾ ਕਿਹਾ, ਆਠ ਪਹਿਰ ਜਿਤ ਤੁਧ ਧਿਆਈ ਨਿਰਮਲ ਹੋਵੇ ਦੇਹਾ, ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਖੋਜਤ ਖੋਜਤ ਪਿਆਸ ਸਾਧ ਸੰਗ ਤਿਨ ਸ਼ਰਨਾਈ ਪਾਇਆ। ਗੁਰੂ ਪਾਤਸ਼ਾਹ ਕੋਲ ਜੀਵ ਆ ਕੇ ਕਹਿੰਦਾ, ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਤੇ ਮੇਰੇ ਤੇ ਹੁਣ ਇੱਕ ਰਹਿਮਤ ਕਰ ਦਿਓ, ਮੇਰੇ ਤੇ ਹੁਣ ਇੱਕ ਬਖਸ਼ਿਸ਼ ਕਰ ਦਿਓ, ਮੈਨੂੰ ਇੱਕ ਟਿਕਾਣਾ ਦੱਸ ਦਿਓ, ਇੱਕ ਜਗ੍ਹਾ ਦੱਸ ਦਿਓ ਜਿਸ ਜਗ੍ਹਾ ਤੇ ਜਾ ਕੇ ਮੈਨੂੰ ਇਹਨਾਂ ਗੱਲਾਂ ਦੀ ਪ੍ਰਾਪਤੀ ਹੋਵੇ। ਕਿਹੜੀਆਂ ਗੱਲਾਂ? ਪਹਿਲੀ ਗੱਲ, ਵਿਸਰੇ ਨਾਹੀਂ ਜਿਤ ਤੂੰ ਕਬਹੂੰ, ਉਹ ਜਗ੍ਹਾ ਦੱਸੋ ਜਿੱਥੇ ਤੁਸੀਂ ਕਦੀ ਵੀ ਮੈਨੂੰ ਵਿਸਰੋ ਨਾ, ਮੈਨੂੰ ਭੁੱਲੋ ਨਾ। ਵਿਸਰੇ ਨਾਹੀਂ ਜਿਤ ਤੂੰ ਕਬਹੂੰ ਸੋ ਥਾਨ ਤੇਰਾ ਕਿਹਾ, ਉਹ ਜਗ੍ਹਾ ਕਿਹੜੀ ਹੈ? ਦੂਜੀ ਪੁਕਾਰ, ਆਠ ਪਹਿਰ ਜਿਤ ਤੁਧ ਧਿਆਈ, ਉਹ ਜਗ੍ਹਾ ਦੱਸੋ ਜਿੱਥੇ ਜਾ ਕੇ ਮੈਂ ਅੱਠੇ ਪੈਰ ਤੁਹਾਡੇ ਨਾਮ ਦਾ ਚਿੰਤਨ ਕਰ ਸਕਾਂ। ਤੀਜੀ ਪੁਕਾਰ ਮੇਰੀ ਇਹ ਹੈ ਕਿ ਨਿਰਮਲ ਹੋਵੇ ਦੇਹਾ, ਕਿ ਜਿਹੜਾ ਮੇਰਾ ਸਰੀਰ ਹੈ, ਮੇਰੀ ਦੇਹ ਹੈ, ਇਹ ਵੀ ਨਿਰਮਲ ਹੋ ਜਾਏ, ਇਹ ਵੀ ਪਵਿੱਤਰ ਹੋ ਜਾਏ। ਅਗਲੀ ਪੰਕਤੀ 'ਚ ਗੁਰੂ ਸਾਹਿਬ ਕਹਿੰਦੇ ਹਨ, ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ, ਕਿ ਮੈਂ ਇਸ ਸੰਸਾਰ ਦੇ ਵਿੱਚ ਆਇਆ ਹਾਂ, ਸੰਸਾਰ ਤੋਂ ਬਾਅਦ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ, ਤੁਹਾਡੇ ਕੋਲ ਆਇਆ ਹਾਂ। ਮੈਂ ਉਹ ਜਗ੍ਹਾ ਲੱਭਣ ਵਾਸਤੇ ਆਇਆ ਜਿਹੜੀ ਮੈਂ ਪੁਕਾਰ ਕੀਤੀ ਹੈ, ਕਿਰਪਾ ਕਰਕੇ ਉਹ ਮੇਰੀ ਝੋਲੀ ਦੇ ਵਿੱਚ ਪਾਓ। ਅੱਗੇ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਸਿੱਖਾ, ਜੋ ਕੁਝ ਵੀ ਤੂੰ ਮੰਗਦਾ ਹੈ, ਜੋ ਤੇਰੀ ਇੱਛਾ ਹੈ, ਕਹਿੰਦੇ ਉਹ ਮਿਲੇਗਾ ਕਿੱਥੋਂ? ਤੇ ਗੁਰੂ ਸਾਹਿਬ ਨੇ ਜਵਾਬ ਦਿੱਤਾ, ਖੋਜਤ ਖੋਜਤ ਪਿਆਸ ਸਾਧ ਸੰਗ ਤਿਨ ਸ਼ਰਨਾਈ ਪਾਇਆ। ਕਹਿੰਦੇ ਆਖਰਕਾਰ ਖੋਜਦਿਆਂ ਖੋਜਦਿਆਂ, ਤਲਾਸ਼ ਕਰਦਿਆਂ ਕਰਦਿਆਂ ਉਹ ਜਗ੍ਹਾ ਮਿਲ ਪਈ। ਕਹਿੰਦੇ ਉਹ ਜਗ੍ਹਾ ਹੈ ਸਤ ਸੰਗਤ। ਬਾਣੀ ਦੇ ਅੰਦਰ ਗੁਰੂ ਸਾਹਿਬ ਨੇ ਸਤ ਸੰਗਤ ਨੂੰ, ਸਾਧ ਸੰਗਤ ਨੂੰ ਬੜੀ ਮਹਾਨਤਾ ਦਿੱਤੀ ਹੈ। ਮੇਰੇ ਪੰਜਵੇਂ ਪਾਤਸ਼ਾਹ ਦੇ ਬਚਨ ਹਨ, ਵਡਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਹਨ, ਕਹਿੰਦੇ ਜਿਹੜੇ ਕਿ ਸਤ ਸੰਗਤ ਵਿੱਚ ਆਉਂਦੇ ਹਨ।
किस ने आके पूछया होएगा जी सत्संगत विच आके मिलदा की है। पंजवें पातशाह कहते वडभागी साध संग प्राप्त तिन भेटत दुरमत खोई। कहते सत्संगत जदों सही ढंग नाल प्राप्त हुंदी है तो इंसान दे अंदर जिहड़ी दुरमत है भाव बुरी मत है आहिस्ता आहिस्ता वो खत्म होनी शुरू हो जाती है। हुण इंसान कहेगा जी दुरमत का किवें पता लगेगा, बुरी मत का किवें पता चलेगा। इंसान अपनियां अंदर झात मार के कुछ फैसले अपने आप ही कर सकता है। दास तकरीबन क्या करता है कि जिहड़े इंसान का मन सत्संग च आउण नूं नहीं कर रहा तो समझ लो उहदे अंदर दुरमत है, अंदर मन नूं मैल लगी हुई है। जिहड़े इंसान का नितनेम करन नूं मन नहीं कर रहा, जिहड़े इंसान का सिमरन करन नूं मन नहीं कर रहा, जो कुछ भी गुरु ने दस्सिया है वो साडा करन नूं मन नहीं करता, तो फिर इत्थे दुरमत है, भाव बुरी मत है, मन नूं मैल चढ़ी हुई है। इस करके गुरु साहब कहते हैं जदों इंसान सही ढंग नाल दास तकरीबन बेनती करया करदा, आप रब वर्गियां संगतां च भी बड़ी बारी बेनती कीती होएगी कि असी सत्संग तां बहुत करते हाँ ते थोड़ा जिहा बर्दाश्त कर लेना, सत दे संगी नहीं बनते। ये एक अंतर है। सत्संग करना कुछ होर गल है, सत दे संगी बन जाना भाव सत दे संगी बनन दे अर्थ पता की हैं कि जो गुरु सानू कह रहा है वो मन च निष्ठा होना कि गुरु सत कह रहा है अते फिर उसनू अपने जीवन दे विच धारण करना, वो सत दे संगी बनना है। इस करके गुरु पंजवें पातशाह कहते वडभागी साध संग प्राप्त, कहते तिन भेटत दुरमत खोई। अगे कहते तिन की धूर नानक दास वंश है जिन हर नाम हृदय प्रोई। कहते जिहड़े इंसान सत्संग च आए गुरु के बचनों के मुताबिक अपना जीवन बतीत किया, उन्होंने दुरमत कहते खत्म हो गई, बुरी मत खत्म हो गई। मेरे पंजवें पातशाह कहते ऐसे जगियासुआं दी तां मैं चरणों की धूड़ लोचदा हाँ, मेरा मन करता उन्होंने चरणों की धूड़ मैं अपने मस्तक ते लावां। इसी करके चौथे पातशाह ने बड़ा सोहना अपने बचनों च कहा, कहते हर कीरत साध संगत है सिर करमन के कर्मा। कहते प्यारिओ जे रब नूं मिलण दे वास्ते मैनू पुछदे हो कि श्रोमणी कर्म किहड़ा है ते चौथे पातशाह पता की कहते हैं, कहते हर कीरत साध संगत है सिर करमन के कर्मा। कहते सिर करमन के कर्मा भाव श्रोमणी कर्म है, श्रेष्ठ कर्म है। पर कहते कहो नानक तिस भ्यो प्राप्त जिस पूर्व लिखे कर लेना। पर कहते एक गल का ध्यान रखियो, हर एक नूं इस सत्संगत भी प्राप्त नहीं हुंदी, जिन्हां दे पूर्वले कर्मां च लिखिया है उन्हां नूं प्राप्त हुंदी है। भाई गुरदास जी दे एक बचनां तो एक गल स्पष्ट हुंदी है कि नारद मुनि जी तलाश करते करते रब की ढूंढ करते करते परमात्मा नूं मिल पे। ते जदों परमात्मा नूं मिले नारद मुनि जी ने बेनती की कि परमात्मा थानू बड़ी जगह ते ढूंढिया, ब्रह्मापुरी, शिवपुरी, इंद्रपुरी, लोकपुरी सब पुरियां च लभ्या पर किते भी थोड़ा मिलाप नहीं होया। हुण किरपा हुई है, थोड़ा मिलाप हो गया। इस करके किरपा करो कि मैनू एक पक्का ठिकाना दस दिओ अपना कि तुसीं रहिंदे कित्थे हो। जदों उन्होंने बेनती की ते परमात्मा ने किरपा दृष्टि नारद जी ते कीती ते उन्होंने अपना सरनामा दस्सिया। जिहड़ा सरनामा फिर परमात्मा ने नारद मुनि जी नूं दस्सिया ना, वो भाई गुरदास जी ने बकायदा नारद मुनि का नाम लैके भाई गुरदास जी ने अपने बचनां च कहा, कहते निज कर मेरो, निज कर पता क्यों कहते अपने कर, जिथे बंदे का निजी ठिकाना होवे। आपां जदों कोई सरकारी काम काज वास्ते फार्म भरने हो ना, इत्थे दा तां मैनूं ज़्यादा पता नहीं है पर हिंदुस्तान च लिखिया हुंदा तुहाडा टैंपरेरी एड्रैस किहड़ा ते तुहाडा परमानेंट एड्रैस किहड़ा। इत्थे निज दे आखन परमानेंट एड्रैस पक्का कर। भाई गुरदास जी कहते रब कहंदा निज कर मेरो साध संगत नारद मुन, साध संग मेरो सुत श्रेष्ठ अनूप है। कहते नारद मुनि जे मेरा कोई अपना पक्का ठिकाना है ना, कहते वो सत्संगत है। कहते जिहड़े इत्थे जुड़ बैठते हैं कहते वही मेरे उत्तम ते सोहने पुत्र हैं। इस करके मैं आप जी नूं बेनती करा, सत्संग की बड़ी महानता गुरु पातशाह ने बाणी दे विच दर्शाई है।
ਭਾਈ ਗੁਰਦਾਸ ਜੀ ਨੇ ਇੱਕ ਬੜੇ ਸੋਹਣੇ ਬਚਨ ਆਖਿਆ ਨੇ, ਕਹਿੰਦੇ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ, ਸਭ ਚਿਹਨ ਛੱਡ ਪੂਜਿਅਨ ਕੌਣ ਕਰਮ ਕਮਾਂਦੇ, ਗੁਰ ਸ਼ਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ। ਭਾਈ ਗੁਰਦਾਸ ਜੀ ਨੇ ਸਰੀਰ ਦੀ ਬਣਤਰ ਦਾ ਥੋੜਾ ਜਿਹਾ ਜ਼ਿਕਰ ਕੀਤਾ। ਉਹ ਕਹਿੰਦੇ ਸਿਰ ਉੱਚਾ, ਕਹਿੰਦੇ ਬੰਦੇ ਦਾ ਸਿਰ ਉੱਚਾ, ਕਹਿੰਦੇ ਨੀਵੇਂ ਚਰਨ, ਕਹਿੰਦੇ ਜਿਹੜੇ ਪੈਰ ਹੈ ਉਹ ਨੀਵੇਂ ਹਨ। ਅਤੇ ਭਾਈ ਗੁਰਦਾਸ ਜੀ ਅੱਗੇ ਕਹਿੰਦੇ ਹਨ ਜਾ ਕੇ, ਕਹਿੰਦੇ ਇਹ ਪੈਰ ਜਿਹੜੇ ਹਨ ਕਹਿੰਦੇ ਇੱਕ ਨੌਕਰਾਂ ਵਾਲਾ ਕੰਮ ਕਰ ਰਹੇ ਹਨ। ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ, ਕਹਿੰਦੇ ਮੂੰਹ ਅੱਖੀ ਨੱਕ ਕੰਨ ਹੱਥ ਤੇ ਭਾਰ ਉਚਾਉਂਦੇ, ਕਹਿੰਦੇ ਪੈਰਾਂ ਨੇ ਸਾਰੇ ਸਰੀਰ ਦਾ, ਅੱਖਾਂ ਦਾ, ਸਿਰ ਦਾ, ਮੂੰਹ ਦਾ, ਹੱਥਾਂ ਦਾ, ਸਰੀਰ ਦਾ ਭਾਰ ਚੱਕਿਆ ਹੋਇਆ, ਕਹਿੰਦੇ ਨੌਕਰਾਂ ਵਾਲੇ ਕੰਮ ਕਰ ਰਹੇ ਹਨ। ਤੇ ਭਾਈ ਗੁਰਦਾਸ ਜੀ ਦਾ ਕਹਿਣ ਦਾ ਮਤਲਬ ਇਹ ਹੈ, ਕਹਿੰਦੇ ਜਦੋਂ ਮੈਂ ਸੰਸਾਰ ਵੱਲ ਝਾਤ ਮਾਰਦਾ ਹਾਂ, ਕਹਿੰਦੇ ਉੱਥੇ ਪਤਾ ਕੀ ਹੈ, ਕਹਿੰਦੇ ਸਿਰਾਂ ਨੂੰ ਸਲਾਮਾਂ ਹੋ ਰਹੀਆਂ। ਜਿਹਦਾ ਸਿਰ ਉੱਚਾ, ਜਿਹਦਾ ਰੁਤਬਾ ਉੱਚਾ, ਜਿਹਦੇ ਕੋਲ ਪੈਸਾ ਜ਼ਿਆਦਾ, ਕਹਿੰਦੇ ਉੱਥੇ ਸਲਾਮਾਂ ਹੋ ਰਹੀਆਂ। ਕਹਿੰਦੇ ਜਿਹੜਾ ਮਾਲਕ ਹੈ ਉਹਨੂੰ ਸਲਾਮਾਂ ਹੋ ਰਹੀਆਂ। ਉਹਨਾਂ ਦਾ ਕਹਿਣ ਦਾ ਮਤਲਬ ਇਹ ਹੈ। ਪਰ ਕਹਿੰਦੇ ਜਦੋਂ ਮੈਂ ਗੁਰੂ ਘਰ 'ਚ ਦੇਖਦਾ, ਕਹਿੰਦੇ ਜਿਹੜੇ ਪੈਰ ਨੌਕਰਾਂ ਵਾਲਾ ਕੰਮ ਕਰ ਰਹੇ ਹਨ, ਕਹਿੰਦੇ ਇੱਥੇ ਮੈਂ ਆ ਕੇ ਦੇਖਿਆ ਕੰਮ ਬੜਾ ਉਲਟ ਜਿਹਾ। ਕਹਿੰਦੇ ਵੱਡੇ ਵੱਡੇ ਸਿਰ ਜਿਹੜੇ ਆ ਉਹ ਕਹਿੰਦੇ ਪੈਰਾਂ ਤੇ ਝੁਕ ਰਹੇ ਹਨ। ਕਹਿੰਦੇ ਉਹਨਾਂ ਨੂੰ ਸਵਾਲ ਕਰ ਦਿੱਤਾ, ਕਹਿੰਦੇ ਆਖਰਕਾਰ ਇਹ ਕਿਉਂ ਝੁਕ ਰਹੇ ਹਨ? ਕਹਿੰਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਉਂਦੇ, ਕਹਿੰਦੇ ਸਭ ਚਿਹਨ ਛੱਡ ਪੂਜਿਅਨ, ਕਹਿੰਦੇ ਗੁਰੂ ਘਰ ਦੇ ਵਿੱਚ ਨਹੀਂ, ਕਹਿੰਦੇ ਧਰਮ ਦੀ ਦੁਨੀਆ 'ਚ ਕਦੀ ਕਿਸੇ ਅੰਗ ਦੀ ਪੂਜਾ ਨਹੀਂ ਹੁੰਦੀ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਧਰਮ ਅਸਥਾਨ ਭਾਵੇਂ ਸਨਾਤਨ ਧਰਮ ਹੈ, ਭਾਵੇਂ ਬੁੱਧ ਧਰਮ ਹੈ, ਭਾਵੇਂ ਸਿੱਖ ਧਰਮ ਹੈ, ਤੁਸੀਂ ਕਦੀ ਸਿਰ ਦੀ ਪੂਜਾ ਹੁੰਦੀ ਦੇਖੀ? ਨਹੀਂ ਹੁੰਦੀ। ਸਤਸੰਗੀ ਜਨੋ, ਕਦੀ ਕਿਸੇ ਛਾਤੀ ਦੀ ਪੂਜਾ ਹੁੰਦੀ ਦੇਖੀ? ਨਹੀਂ ਹੁੰਦੀ। ਕਦੀ ਕਿਸੇ ਹੱਥਾਂ ਦੀ ਪੂਜਾ ਹੁੰਦੀ ਦੇਖੀ? ਨਹੀਂ ਦੇਖੀ। ਭਾਈ ਗੁਰਦਾਸ ਜੀ ਕਹਿੰਦੇ ਹਰ ਧਰਮ ਦੇ ਅੰਦਰ, ਕਹਿੰਦੇ ਜਦੋਂ ਮੈਂ ਦੇਖਿਆ ਕਿ ਜਿਹੜੀ ਚੀਜ਼ ਸਰੀਰ ਦੇ ਅੰਦਰ ਸਭ ਤੋਂ ਨੀਵੀਂ ਹੈ ਉਹਦੀ ਪੂਜਾ ਹੋ ਰਹੀ ਹੈ। ਕਹਿੰਦੇ ਸਭ ਚਿਹਨ, ਕਹਿੰਦੇ ਕਿਸੇ ਵੀ ਚੇਨ ਚੱਕਰ ਦੀ, ਕਹਿੰਦੇ ਸਭ ਚਿਹਨ ਛੱਡ ਪੂਜਿਅਨ, ਕਹਿੰਦੇ ਪੂਜਾ ਹੋ ਰਹੀ ਹੈ ਤੇ ਪੈਰਾਂ ਦੀ ਹੋ ਰਹੀ ਹੈ। ਸਭ ਚਿਹਨ ਛੱਡ ਪੂਜਨ ਕੌਣ ਕਰਮ ਕਮਾਉਂਦੇ, ਕਹਿੰਦੇ ਆਖਰਕਾਰ ਇਹ ਕਰਮ ਕਿਹੜਾ ਕਰ ਰਹੇ ਹਨ ਜਿਨ੍ਹਾਂ ਕਰਕੇ ਇਹਨਾਂ ਦੀ ਪੂਜਾ ਹੋ ਰਹੀ ਹੈ। ਤੇ ਭਾਈ ਗੁਰਦਾਸ ਜੀ ਨੇ ਹੁਣ ਆਪਣਾ ਜਵਾਬ ਦਿੱਤਾ, ਕਹਿੰਦੇ ਸਭ ਚਿਹਨ ਛੱਡ ਪੂਜਨ ਕੌਣ ਕਰਮ ਕਮਾਉਂਦੇ, ਕਹਿੰਦੇ ਗੁਰ ਸ਼ਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ। ਕਹਿੰਦੇ ਪੈਰ ਪਤਾ ਕੀ ਕਰਦੇ ਆ, ਸਾਰੇ ਸਰੀਰ ਨੂੰ ਚੱਕ ਕੇ ਗੁਰੂ ਦੀ ਸ਼ਰਨ ਵਿੱਚ ਲੈ ਜਾਂਦੇ ਹਨ। ਸਾਰੇ ਸਰੀਰ ਨੂੰ ਕਹਿੰਦੇ ਚੁੱਕ ਕੇ ਕਹਿੰਦੇ ਸਤ ਸੰਗਤ ਵਿੱਚ ਲੈ ਜਾਂਦੇ ਹਨ। ਇਸ ਕਰਕੇ ਕਹਿੰਦੇ ਇਹਨਾਂ ਦੀ ਪੂਜਾ ਹੋ ਰਹੀ ਹੈ। ਦਾਸ ਬੇਨਤੀ ਕਰੇ ਉਧਰ ਜਦੋਂ ਆਪਾਂ ਪੰਜਵੇਂ ਪਾਤਸ਼ਾਹ ਜੀ ਦੇ ਬਚਨਾਂ ਨੂੰ ਪੜ੍ਹੋ, ਉਹ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ, ਕਹਿੰਦੇ ਮੇਰੇ ਮਿੱਤਰੋ, ਦੋਸਤੋ, ਪਿਆਰਿਓ, ਗੁਰੂ ਪਾਤਸ਼ਾਹ ਆਵਾਜ਼ਾਂ ਮਾਰਦੇ ਹਨ ਸਿੱਖ ਨੂੰ, ਆਏ ਮਿਲ ਗੁਰ ਸਿੱਖ ਆਏ ਮਿਲ, ਤੂੰ ਮੇਰੇ ਗੁਰ ਕੇ ਪਿਆਰੇ, ਕਹਿੰਦੇ ਤੂੰ ਤਾਂ ਗੁਰੂ ਦਾ ਪਿਆਰਾ ਹੈ, ਕਹਿੰਦੇ ਆ ਜਾ ਸੰਗਤ ਵਿੱਚ ਆ ਕੇ ਬੈਠ। ਇੱਥੇ ਪੰਜਵੇਂ ਪਾਤਸ਼ਾਹ ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਜਦੋਂ ਕਿਸੇ ਨੇ ਪੁੱਛਿਆ ਹੋਵੇਗਾ ਜੀ ਕੀ ਮਹਿਮਾ ਹੈ, ਤੇ ਪੰਜਵੇਂ ਪਾਤਸ਼ਾਹ ਨੇ ਪਤਾ ਕੀ ਕਿਹਾ, ਕਹਿੰਦੇ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਕਹਿੰਦੇ ਹੁੰਦਾ ਕੀ ਹੈ, ਮੈਲ ਕੋਈ ਕੋਟ ਅੱਗ ਹਰੇ ਨਿਰਮਲ ਪੈ ਚੀਤਾ। ਅੱਗ ਕਹਿੰਦੇ ਹਨ ਪਾਪਾਂ ਨੂੰ, ਕਹਿੰਦੇ ਮੈਲ ਜਿਹੜੀ ਮਨ ਨੂੰ ਲੱਗੀ ਹੈ। ਦਾਸ ਬੇਨਤੀ ਕਰੇ ਮਨ ਨੂੰ ਮੈਲ, ਤਨ ਦੀ ਮੈਲ ਤਾਂ ਸਾਡੀ ਸਮਝ ਵਿੱਚ ਆਉਂਦੀ ਹੈ, ਤੇ ਮੈਲ ਤਨ ਦੀ ਉਤਾਰਨ ਦੇ ਸਾਡੇ ਕੋਲ ਬੜੇ ਸਾਧਨ ਹਨ, ਮੇਰੇ ਨਾਲ ਜ਼ਿਆਦਾ ਤੁਹਾਨੂੰ ਪਤਾ ਹੋਵੇਗਾ। ਪਰ ਜਿਹੜੀ ਮੈਲ ਮਨ ਨੂੰ ਲੱਗੀ ਹੈ ਨਾ, ਇਹਦੇ ਉਤਾਰਨ ਦੇ ਦੋ ਹੀ ਢੰਗ ਹਨ, ਇੱਕ ਸਤਸੰਗ, ਦੂਜਾ ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ ਭਰੀਆ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ ਕੇ ਰੰਗ। ਕਿੰਨਾ ਸੋਹਣਾ ਗੁਰੂ ਸਾਹਿਬ ਨੇ ਉਦਾਹਰਨ ਦਿੱਤੇ, ਭਰੀਏ ਹੱਥ ਪੈਰ ਧੰਦੇ, ਪਾਣੀ ਧੋਤਾ ਉਤਰ ਸਕੇ, ਮੂਤ ਪਲੇਤੀ ਕੱਪੜ ਹੋਏ ਤੇ ਸਾਬੁਨ ਲਈ ਉਹ ਧੋਏ। ਅੱਗੇ ਕਹਿੰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾ ਮੈਂ ਕੇ ਰੰਗ। ਕਹਿੰਦੇ ਜਿਹੜੀ ਮਨ ਨੂੰ ਮੈਲ ਲੱਗੀ ਹੈ। ਹੁਣ ਦਾਸ ਬੇਨਤੀ ਕਰ ਦੇਵੇ, ਇਨਸਾਨ ਕਹੇਗਾ ਜੀ ਤਨ ਦੀ ਮੈਲ ਤਾਂ ਸਾਨੂੰ ਦਿਖਦੀ ਹੈ, ਕੱਪੜਿਆਂ ਦੀ ਮੈਲ ਵੀ ਸਾਨੂੰ ਦਿਖ ਜਾਂਦੀ ਹੈ, ਇਹ ਮਨ ਦੀ ਮੈਲ ਦਾ ਕਿਵੇਂ ਪਤਾ ਲੱਗੇਗਾ? ਤੇ ਮਨ ਦੀ ਮੈਲ ਹੈ ਕਿਵੇਂ? ਮੈਂ ਆਪ ਜੀ ਨੂੰ ਬੇਨਤੀ ਕਰਾਂ, ਮਨ ਦੀ ਮੈਲ ਧਰਮ ਇਹ ਗੱਲ ਮੰਨਦਾ ਹੈ ਕੁਝ ਤਾਂ ਆਪਣੇ ਕਰਮਾਂ ਮੁਤਾਬਕ, ਤੁਛ ਇਹ ਵੀ ਮੰਨਦੇ ਹਨ ਕਿ ਜਿਹੜੀ ਜੂਨ ਚੋਂ ਕਨਵਰਟ ਹੋ ਕੇ, ਕਿਉਂਕਿ ਜਿਹੜੇ ਤੁਸੀਂ ਸਤਸੰਗ ਕਰਨ ਵਾਲੇ ਹੋ ਨਾ, ਇਸ ਵਕਤ ਉਹ ਬੈਠੇ ਹੋ ਜਿਹੜੇ ਸਤਸੰਗ ਵਿੱਚ ਰੁਚੀ ਰੱਖਦੇ ਹੋ,
ਤੁਸੀਂ ਅੱਜ ਕੋਈ ਜ਼ਿਆਦਾ ਉਹਦੇ ਵਾਸਤੇ ਨਹੀਂ ਆਏ। ਮੈਂ ਬੇਨਤੀ ਕਰਾਂ, ਅੱਜ ਤਾਂ ਸਿੱਖ ਗੁਰੂ ਕੇ ਘਰਾਂ 'ਚ ਜਾ ਰਿਹਾ ਤੇ ਲੰਗਰ ਵਾਸਤੇ ਜਾ ਰਿਹਾ। 10 ਤਕਰੀਬਨ ਬੇਨਤੀ ਕਰਿਆ ਕਰਦਾ, ਆਓ ਲੰਗਰ ਛਕੋ ਪਰ ਲੰਗਰ ਦੇ ਵਣਜਾਰੇ ਨਾ ਬਣੋ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਤਸੰਗੀਆਂ ਨੂੰ ਲੰਗਰ ਦੀ ਮਹਾਨਤਾ ਦਿੱਤੀ ਗੁਰੂ ਸਾਹਿਬ ਨੇ। ਲੰਗਰ ਦੌਲਤ ਵੰਡੀਏ, ਰਸ ਅੰਮ੍ਰਿਤ ਖੀਲ ਪਿਆਲੀ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਵਕਤ ਜੋ ਮਾਤਾ ਖੀਵੀ ਜੀ ਸੇਵਾ ਕਰਦੇ ਸਨ, ਵੈਸੇ ਲੰਗਰ ਦੀ ਮਹਾਨਤਾ ਸੇਵਾ ਦੇ ਨਾਲ ਸੰਬੰਧਿਤ ਤਾਂ ਹੈ, ਪਰ ਮੈਂ ਬੇਨਤੀ ਕਰਾਂ, ਮੈਨੂੰ ਲੱਗਦਾ ਛਕਣ ਦੀ ਕਿਤੇ ਮਹਾਨਤਾ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਨਾ ਛਕਿਓ, ਪਰ ਵਣਜਾਰੇ ਨਾਲ ਲੰਗਰ ਦੇ ਬਣ ਕੇ ਆਇਆ ਕਰੋ। ਜਦੋਂ ਘਰੋਂ ਚੱਲੋ, ਥੋੜਾ ਜਿਹਾ ਮਨ ਤੇ ਝਾਤ ਮਾਰ ਲਿਆ ਕਰੋ ਕਿ ਅਸੀਂ ਕਰਨ ਕੀ ਚੱਲੇ ਆ, ਅਸੀਂ ਸਤਸੰਗ ਕਰਨ ਚੱਲੇ ਆ ਕਿ ਲੰਗਰ ਛਕਣ ਚੱਲੇ ਆ। ਇਹ ਅੰਤਰ ਹੈ। ਅੱਜ ਬਹੁਤ ਸਿੱਖ ਮਿਲਦੇ ਹਨ, ਉਹ ਦੂਜੇ ਨੂੰ ਕਹਿ ਰਹੇ ਹਨ, ਚੱਲ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਹਾਂ, ਨਾਲੇ ਥੋੜਾ ਕੀਰਤਨ 'ਚ ਚੱਲ ਜਾਵਾਂਗੇ, ਮੱਥਾ ਟੇਕ ਆਵਾਂਗੇ, ਨਾਲੇ ਲੰਗਰ ਛਕ ਆਵਾਂਗੇ। ਇੱਥੇ ਇਹਦਾ ਮਤਲਬ ਤੁਸੀਂ ਵਣਜਾਰੇ ਲੰਗਰ ਦੇ, ਤੁਸੀਂ ਸ਼ਬਦ ਦੇ ਵਣਜਾਰੇ ਨਹੀਂ ਆ। ਗੁਰੂ ਸਾਹਿਬ ਕਹਿੰਦੇ ਇੱਥੇ ਦੋਨੋਂ ਲੰਗਰ ਚੱਲਦੇ ਹਨ। ਲੰਗਰ ਚੱਲੇ ਗੁਰ ਸ਼ਬਦ, ਕਹਿੰਦੇ ਇੱਕ ਸ਼ਬਦ ਦਾ, ਬਾਣੀ ਦੀ ਵਿਚਾਰ ਦਾ, ਕੀਰਤਨ ਦੇ ਰਾਹੀਂ, ਮੁੱਖ ਵਾਕ ਦੇ ਰਾਹੀਂ, ਸਹਿਜ ਪਾਠ ਦੇ ਰਾਹੀਂ, ਕਥਾ ਦੇ ਰਾਹੀਂ, ਢਾਡੀ ਪ੍ਰਸੰਗ ਦੇ ਰਾਹੀਂ, ਕਵਿਤਾ ਦੇ ਰਾਹੀਂ, ਕਵੀਆਂ ਦੇ ਰਾਹੀਂ ਇਹ ਲੰਗਰ ਵੰਡਿਆ ਜਾਵੇ ਸ਼ਬਦ ਦਾ। ਤੇ ਇੱਕ ਲੰਗਰ ਹੈ ਉਹ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਉੱਥੇ ਪੇਟ ਦੀ ਭੁੱਖ ਦੂਰ ਹੁੰਦੀ ਹੈ, ਤਾਂ ਇੱਥੇ ਪਤਾ ਕਿਹੜੀ ਦੂਰ ਹੁੰਦੀ ਹੈ? ਇੱਥੇ ਆਤਮਾ ਦੀ ਭੁੱਖ ਦੂਰ ਹੁੰਦੀ ਹੈ। ਇਸ ਕਰਕੇ ਮੈਂ ਬੇਨਤੀ ਕਰਾਂ, ਤੁਸੀਂ ਜਿਹੜੇ ਹੋ ਸਤਸੰਗ ਕਰਨ ਆਏ ਹੋ ਅਤੇ ਤੁਸੀਂ ਇੱਕ ਗੱਲ ਨੂੰ ਭਲੀ ਭਾਂਤ ਜਾਣਦੇ ਹੋ, ਇਸ ਗੱਲ ਨੂੰ ਕਿ ਜਿਹੜਾ ਆਪਾਂ 84 ਚੱਕਰ ਦੇ ਵਿੱਚੋਂ ਚੱਲਦੇ ਮਨੁੱਖਾ ਜੀਵਨ ਵਿੱਚ ਆਏ ਹਾਂ, ਧਰਮ ਇਹ ਗੱਲ ਮੰਨਦਾ ਕਿ ਜਿਹੜੀ ਜੂਨ ਚੋਂ ਅਸੀਂ ਕਨਵਰਟ ਹੋ ਕੇ ਮਨੁੱਖਾ ਜੀਵਨ 'ਚ ਆਏ ਨਾ, ਉਹਦਾ ਅਸਰ ਵੀ ਇਹਦੇ ਮਨ ਦੇ ਉੱਪਰ ਰਹਿੰਦਾ ਹੈ ਅਤੇ ਉਹ ਵੀ ਮਨ ਦੀ ਇੱਕ ਮੈਲ ਹੈ ਜਿਹੜੀ ਇਹਨੂੰ ਦੂਜੇ ਪਾਸੇ, ਜਦੋਂ ਆਪਾਂ 12 ਮਾਹ ਜੀ ਦਾ ਪਾਠ ਸ਼ੁਰੂ ਕਰਦੇ ਆ ਨਾ, ਉਹਦੀ ਪਹਿਲੀ ਪੰਕਤੀ ਪਤਾ ਕਿਹੜੀ ਹੈ? ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਰਤ ਕਰਮ ਤਾਂ ਸਾਡੇ ਸਮਝ ਆ ਰਿਹਾ ਕਿ ਅੱਖਾਂ ਰਾਹੀਂ ਦੇਖਿਆ ਕਰਮ ਹੋ ਗਿਆ, ਕੰਨਾਂ ਰਾਹੀਂ ਸੁਣਿਆ ਕਰਮ ਹੋ ਗਿਆ, ਜ਼ਬਾਨ ਰਾਹੀਂ ਬੋਲਿਆ ਕਰਮ ਹੋ ਗਿਆ, ਸਰੀਰ ਨੇ ਕੁਝ ਕੀਤਾ ਕਰਮ ਹੋ ਗਿਆ। ਪਰ ਕਿਰਤ ਕਰਮ ਕੀ ਹੋਇਆ? ਕਿਰਤ ਕਰਮ ਉਹ ਐਸਾ ਸਤਸੰਗੀ ਜਦੋਂ ਇਨਸਾਨ ਦਾ ਪਹਿਲੀ ਵਾਰੀ ਜਦੋਂ ਕਿ ਇਨਸਾਨ ਕਰਮ ਕਰਦਾ, ਮੈਂ ਬੇਨਤੀ ਕਰਾਂ, ਜਦੋਂ ਬੁਰਾ ਜਾਂ ਚੰਗਾ ਕਰਦਾ, ਉਹ ਇਹਦਾ ਸੁਭਾਅ ਨਹੀਂ ਹੁੰਦਾ। ਪਰ ਜਦੋਂ ਇਨਸਾਨ ਇੱਕ ਵਾਰੀ ਕਤਲ ਕਰ ਦਿੱਤਾ, ਥੋੜਾ ਜਿਹਾ ਇਹਦਾ ਹਿਰਦਾ ਮਨ ਖੁੱਲ ਜਾਂਦਾ, ਫਿਰ ਦੂਜਾ ਕਰਤਾ, ਤੀਜਾ ਕਰਤਾ, ਉਹ ਫਿਰ ਇਹਦਾ ਸੁਭਾਅ ਬਣ ਜਾਂਦਾ ਹੈ। ਕਿਰਤ ਕਰਮ ਦੇ ਅਰਥ ਹਨ ਕਿ ਜਿਹੜਾ ਤੂੰ ਆਪਣੇ ਸੁਭਾਅ ਦੇ ਮੁਤਾਬਕ ਕਰਮ ਕਰੀ ਜਾ ਰਿਹਾ ਹੈ। ਹੁਣ ਸੁਭਾਅ ਦੇ ਮੁਤਾਬਕ ਪਤਾ ਕੀ ਹੁੰਦਾ? ਕਈ ਵਾਰੀ ਬੰਦਾ ਗਾਲਾਂ ਸੁਭਾਅ ਦੇ ਮੁਤਾਬਕ ਕੱਢੀ ਜਾਂਦਾ, ਮਨ ਕਰਕੇ ਨਹੀਂ ਉਹ ਕੱਢ ਰਿਹਾ ਹੁੰਦਾ, ਪਰ ਸੁਭਾਅ ਕਰਕੇ ਉਹ ਗਾਲਾਂ ਕੱਢੀ ਜਾ ਰਿਹਾ। ਕਈਆਂ ਦਾ ਸੁਭਾਅ ਹੈ ਕਿ ਇੱਕ ਗੱਲ ਨੂੰ ਬਾਰ-ਬਾਰ ਕਹੀ ਜਾਣਾ ਸਤਸੰਗ, ਇਹਨੂੰ ਕਹਿੰਦੇ ਹਨ ਕਿਰਤ ਕਰਮ। ਗੁਰੂ ਸਾਹਿਬ ਕਹਿੰਦੇ ਕੁਝ ਕਰਮ ਹਨ ਜਿਹੜੇ ਤੇਰੇ ਸੁਭਾਅ ਦੇ ਵਿੱਚ ਹੀ ਆ ਗਏ, ਕਹਿੰਦੇ ਉਸਦੇ ਕਰਕੇ ਕਹਿੰਦੇ ਤੇਰਾ ਰੱਬ ਨਾਲੋਂ ਵਿਛੋੜਾ ਪਿਆ ਹੋਇਆ ਹੈ। ਮੈਂ ਬੇਨਤੀ ਕਰ ਰਿਹਾ ਸੀ, ਜਿਹੜੀਆਂ ਜੂਨਾਂ ਚੋਂ ਕਨਵਰਟ ਹੋ ਕੇ ਮਨੁੱਖਾ ਜੀਵਨ ਚ ਆਏ, ਧਰਮ ਇਹ ਗੱਲ ਮੰਨਦਾ ਕਿ ਉਹਦਾ ਵੀ ਅਸਰ ਰਹਿੰਦਾ। ਹੁਣ ਇੰਨੀ ਗੱਲ ਕਹਿਣ ਨਾਲ ਤਾਂ ਆਪਾਂ ਸਤਸੰਗੀ ਨੂੰ ਮੰਨਾਂਗੇ ਨਹੀਂ। ਇਨਸਾਨ ਨੂੰ ਜਾਂ ਤਾਂ ਕੁਝ ਪ੍ਰਮਾਣ ਚਾਹੀਦੇ ਹਨ ਬਾਣੀ ਦੇ, ਜਾਂ ਪ੍ਰਮਾਣ ਚਾਹੀਦੇ ਹਨ ਆਪਾਂ ਨੂੰ ਥੋੜ੍ਹੇ ਜਿਹੇ ਕੋਈ ਗਾਥਾ ਹੋਵੇ। ਜਦੋਂ ਆਪਾਂ ਸਨਾਤਨ ਧਰਮ ਨੂੰ ਪੜ੍ਹੋ, ਉਹਦੇ ਵਿੱਚ 2 ਰਿਖੀਆਂ ਦਾ ਜ਼ਿਕਰ ਬੜਾ ਜਿਹੜਾ ਇਸ ਗੱਲ ਨੂੰ ਸਪਸ਼ਟ ਕਰਦਾ ਹੈ। ਉਹ ਇੱਕ ਹਨ ਮਾਂਡਵ ਰਿਖੀ ਜੀ, ਇੱਕ ਹਨ ਮਛੰਦਰ ਨਾਥ ਜੀ। ਚਲੋ ਮਾਂਡਵ ਰਿਖੀ ਜੀ ਦੀ ਗੱਲ ਨਹੀਂ ਕਰਦਾ, ਪਰ ਮਛੰਦਰ ਨਾਥ ਜੀ ਦੀ, ਗੋਰਖਨਾਥ ਦੀ ਗੱਲ ਤਾਂ ਬਾਣੀ ਦੇ ਅੰਦਰ ਹੈ। ਗੁਰੂ ਸਾਹਿਬ ਨੇ ਮਛੰਦਰ ਨਾਮ ਸਿੱਧਾ ਮੁਖਾਤਿਬ ਹੋ ਕੇ ਉਪਦੇਸ਼ ਦਿੱਤਾ ਹੋਇਆ ਹੈ। ਬਾਣੀ ਦੇ ਅੰਦਰ ਮਛੰਦਰ ਨਾਥ ਦਾ ਨਾਮ ਆਉਂਦਾ। ਮੈਂ ਇੱਕ ਆਪ ਜੀ ਨੂੰ ਬੇਨਤੀ ਕਰਦੇ ਵਾਂ, ਜਦੋਂ ਕੁਝ ਇਹੋ ਜਿਹੀਆਂ ਗਾਥਾਵਾਂ ਜੋ ਮੈਂ ਆਪ ਜੀ ਨੂੰ ਸੁਣਾਉਣ ਲੱਗਾ ਅੱਜ ਸਟੇਜ ਤੇ ਕੀਤੀਆਂ ਜਾਂਦੀਆਂ, ਕਹਿੰਦੇ ਜੀ ਇਹ ਤਾਂ ਹਿੰਦੂਆਂ ਦੀਆਂ ਕਥਾਵਾਂ ਹਨ। ਜਦੋਂ ਗੁਰੂ ਗ੍ਰੰਥ ਸਾਹਿਬ 'ਚ ਮਛੰਦਰ ਦਾ ਨਾਥ ਦਾ ਨਾਮ ਆ ਗਿਆ, ਮੈਂ ਬੇਨਤੀ ਕਰਾਂ ਫਿਰ ਉਹ ਹਿੰਦੂ ਧਰਮ ਦੀ ਕਿਵੇਂ ਰਹੇਗੀ? ਹੁਣ ਜਿਹੜੀ ਗੱਲ ਗੁਰੂ ਸਾਹਿਬ ਸਮਝਾਉਣਾ ਚਾਹੁੰਦੇ ਆ, ਮੈਂ ਆਪ ਜੀ ਨੂੰ ਇੱਕ ਪੰਕਤੀ ਕਹਾਂ, ਗੁਰੂ ਸਾਹਿਬ ਦੇ ਬਚਨ ਹਨ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਉਹ ਕਹਿੰਦੇ ਬੰਦਿਆ, ਗੁਰੂ ਧਾਰਨ ਕਰਨ ਤੋਂ ਬਿਨਾਂ ਤੈਨੂੰ ਗਿਆਨ ਨਹੀਂ ਹੋਏਗਾ। ਹੁਣ ਇੱਥੇ ਉਦਾਹਰਨ ਗੁਰੂ ਸਾਹਿਬ ਨੇ ਪਤਾ ਕੀ ਦਿੱਤੀ ਹੈ? ਕਹਿੰਦੇ ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਕਹਿੰਦੇ ਪੁੱਛੋ ਬ੍ਰਹਮੈ ਨਾਰਦੇ ਵੇਦ ਬਿਆਸੇ ਕੋਈ। ਉਹ ਕਹਿੰਦੇ ਬ੍ਰਹਮਾ ਦੇ ਪੁੱਤਰ ਨਾਰਦ ਨੂੰ ਪੁੱਛ ਕੇ ਦੇਖ ਲਓ। ਹੁਣ ਇੰਨੀ ਗੱਲ ਨਾਲ ਤਾਂ ਗੱਲ ਸਪਸ਼ਟ ਨਹੀਂ ਨਾ ਹੋਏਗੀ ਕਿ ਜਿਹੜੀ ਕੋਈ ਘਟਨਾ ਘਟੀ ਹੋਈ ਹੈ ਉਹ ਤਾਂ ਸੰਗਤਾਂ ਦੇ ਸਾਹਮਣੇ ਰੱਖਣੀ ਪਏਗੀ ਨਾ, ਜੋ ਗੁਰੂ ਸਾਹਿਬ ਕਹਿ ਰਹੇ ਹਨ। ਤੇ ਵੇਦ ਬਿਆਸੇ ਕੋਈ,
वेद व्यास जी के पुत्र सुखदेव नाल ये घटना घट गई सी सत्संगी जनों। मैं वो सुनाना नहीं अज सत्संगी जनों, पर मैं ये बेनती कर रहा कि जिथे गुरु साहब ने जिक्र कर दिता उस गल नूं तां खोलना ही पएगा ना। खोले तो बिना साडे जिहन विच नहीं गल उतरेगी। मैं बेनती कर रहा मच्छिंद्रनाथ सत्संगी जनों, मच्छिंद्रनाथ असल च गुरुनाथ जी गुरु होए हैं। मैं ये बेनती तां करन लगा, मन ते मैल किवें चढ़ी हुई है, किरत कर्म किवें बन जाते हैं कि मच्छिंद्रनाथ जी गोरखनाथ के गुरु जी हैं। तो मच्छिंद्रनाथ जी ने एक भेख खड़ा कर दिता जिन्होंने आप जोगी कहते हाँ। पंजाब दे विच इंडिया चो कन्नां दे विचों मुंदरे पाए हुए होंदे हैं, चिप्पी पकड़ी हुई होंदी है। हुण जिहड़े मच्छिंद्रनाथ जी ने एक भेख खड़ा किया, जोग भेख, ਉਹਦੇ ਵਿੱਚ ਉਹਨਾਂ ਨੇ ਇੱਕ ਨਿਯਮ ਬਣਾਤਾ ਕਿ ਜਿਹੜਾ ਇਸ ਭੇਖ ਦੇ ਵਿੱਚ ਆਏਗਾ ਉਹ ਸ਼ਾਦੀ ਨਹੀਂ ਕਰੇਗਾ। ਪਰ ਹੋਇਆ ਪਤਾ ਕੀ ਸੀ, ਮच्छिंद्रनाथ ਜੀ ਜਦੋਂ ਆਪ ਬਜ਼ੁਰਗੀ 'ਚ ਗਏ ਤਾਂ ਇੱਕ ਇਸਤਰੀ ਦੇ ਚਾਂਸੇ 'ਚ ਫਸ ਗਏ ਤੇ ਉਹਦੇ ਕੋਲ ਰਹਿਣਾ ਸ਼ੁਰੂ ਕਰ ਦਿੱਤਾ। ਗੋਰਖਨਾਥ ਨੂੰ ਜਦੋਂ ਪਤਾ ਲੱਗਿਆ ਕਿ ਇਹ ਗੁਰੂ ਜੀ ਨੇ ਕੀ ਕੀਤਾ, ਇੱਧਰ ਤਾਂ ਇੱਕ ਭੇਖ ਖੜਾ ਕਰਤਾ ਜਿਸ 'ਚ ਉਹਨਾਂ ਨੇ ਨਿਯਮ ਬਣਾਤਾ ਕਿ ਜਿਹੜਾ ਇਸ ਭੇਖ 'ਚ ਆਏਗਾ ਉਹ ਸ਼ਾਦੀ ਨਹੀਂ ਕਰੇਗਾ, तो उधर आप स्त्री को रहना शुरू कर दिता। फिर गोरखनाथ जी गए सन अपने गुरु के कोल। मैं आप जी ने एक बेनती करदे मां, कई वारी जिहड़ा चेला है ना वो गुरु तो अगे भी निकल जाता है। ये ध्यान रखना सत्संगी जो कहते जदों जाके गोरखनाथ जी ने आख्या कि गुरु मच्छिंद्रनाथ जी ये तुसीं की कीता, उधर दा भेख खड़ा करता, वो च तुसीं नीम बना दिता, ते दूजे पासे उत्थे मच्छिंद्रनाथ जी ने ये नहीं सी कहा कि तू मेरे ते क्यों सवाल करदा। कहते बेटा मैंने थोड़ा ना एकाग्र होने दे। कहते जो वो एकाग्र होए, क्योंकि ध्यानी तो सन सत्संगी जो वो एकाग्र होए उन्होंने अपने पिछले जन्म वाल झात मारनी शुरू की। तो जो उन्होंने अखा खोलिया कहते बेटा गोरखनाथ असल च पता की है जोड़ा मेरे वैसे सनातन धर्म ये गल कहता मच्छिंद्रनाथ जी मछली के पेट तो पैदा होए, पर यह किमें हो सकता। गुरमत उस गल में सहमत होने को तैयार नहीं जी कुदरत के नियम से नहीं पूरी उतरती, क्योंकि गर्भ काल का समा परमात्मा ने हर एक जीव का वखरा वखरा लिखा। पंछियों का वखरा है, पशुओं का वखरा है, कीड़िया मकोड़िया का वखरा है, इंसान का जोड़ा वो गुरु साहब ने बाणी च अंकित कर दिता। 10 मास माता उधर रखा बौड़ लग गई माया। गुरु साहब ने कहा कि बंदे का जो जीव का है इंसान वो वध तो वध मां अपने गर्भ च 10 महीने रखती है, उस तो बाद जन्म हो जाता। हुण ये कहते मच्छिंद्रनाथ का जन्म मछली तो होया। असल च कारण किसी कई बार पता की हुंदा अपने भी जन्म साखियां दे विच जदों आपां साखियां सुनाने ना, वो साखी जदों सीधी सीधी सुना दो उस आपां उपदेश जिहड़ा वो समझ ही नहीं आता सत्संगी जो कि ये समझाना की चाह रहे हैं। साखी आपां सुन लैंदे पर उहदे विचों जिहड़ा उपदेश गुरु देना चाह रहा है, मैं हुण आप जी नूं सुणावांगा उस तो बाद किवें सत्संगी जनों। कहते मच्छिंद्रनाथ जी कहते बेटा मैं थोड़ा जिहा एकाग्र होने दे। जदों एकाग्र होए ना अखां खोलियां, कहते बेटा असल दे विच मेरा जिहड़ा पिछला जन्म सी ना वो मछली दा सी। ते मछली नूं बाणी च चपल कहा गुरु साहब ने। चपल मतलब चंचल, मछली इन्ने चंचल। वो कहते बेटा गोरखनाथ कहते जिहड़ा मेरे पिछले जन्म का चंचलताई का बीज पिया सी ना कहते अंदर, कहते वो पता की होया, कहते बजुर्गी च जाके फुटिया। बस कहते वो करके मैं ये चांसे च फस गया। मैं आप जी बेनती कर रहा इनू मन्निया कि जन्म जन्म की इस मन को मल लागी काला हुआ शाह। कहते किन्ना काला गुरु साहब खल ली धोती उजड़ना हो जेसो तो बन पाए। तो इस करके सत्संग मेरे पंजवें पाश कहते महिमा साधु संग की सुनो मेरे मीता। कहते मैल कोई कोट अग हरे। कहते करोड़ों जोड़े पाप चिंबड़े हैं जो सानू शुभ कर्म नहीं करते, कहते वो भी खत्म होने शुरू हो जाते। कोट अग हरे निर्मल पई चीता। कहते चित्त जोड़ा निर्मल हो जाता है जदों आप पंजवें पातशाह का इतिहास पढ़ो ना। जदों पंजवें पातशाह दरबार साहब हरमंदर साहब की सेवा करा रहे सन, उन्होंने एक बड़े प्यारे जे सिख हुए हैं। इतिहास ने उन्होंने नाम भाई अदली जी लिखा है। भाई अदली जी चौथे पातशाह के वक्त सिख बने। तो जदों सिख बने फिर गुरु के दिते हुए उपदेश के उपर चलना शुरू किया। तो इतिहास के अंदर कि पंजवें पातशाह के वक्त एक परम अवस्था से पहुँच गए, ब्रह्म ज्ञान की अवस्था से। कहते जदों उत्थे पहुंचे एक दिन कहते सुबह सुबह कहते किसी तलाब के कंढे ते उस प्रभु की याद दे विच जुड़े हुए हैं। कहते जो पूरे जुड़े हुए ना
ਕਹਿੰਦੇ ਉਧਰ ਇੱਕ ਚੋਰ ਜਿਹੜਾ ਰੋਜ਼ ਚੋਰੀਆਂ ਕਰਦਾ ਸੀ, ਕਹਿੰਦੇ ਉਹਨੇ ਅੱਜ ਚੋਰੀ ਕੀਤੀ ਤੇ ਪਿੰਡ ਵਾਲੇ ਨੇ ਫੈਸਲਾ ਕੀਤਾ ਸੀ ਚੋਰ ਪਕੜਨਾ। ਨੌਜਵਾਨ ਨੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਕਿ ਚੋਰ ਪਕੜਨਾ ਜ਼ਰੂਰ ਹੈ। ਕਹਿੰਦੇ ਅੱਜ ਚੋਰ ਨੇ ਜਦੋਂ ਚੋਰੀ ਕੀਤੀ, ਇਤਿਹਾਸ ਲਿਖਿਆ ਕਿ ਉਹਨੇ ਚੋਰੀ ਪਤਾ ਕੀ ਕੀਤੀ, ਕਿਸੇ ਦੇ ਮੱਝਾਂ ਦੇ ਵਾੜ ਚੋਂ ਮੱਝਾਂ ਚੁਰਾ ਲਈਆਂ। ਕਹਿੰਦੇ ਜਦੋਂ ਮੱਝਾਂ ਚੁਰਾਈਆਂ, ਕਹਿੰਦੇ ਉਹ ਜਿਹੜੇ ਨੌਜਵਾਨ ਪਹਿਰਾ ਦੇ ਰਹੇ ਸਨ ਉਹ ਪਕੜਨ ਵਾਸਤੇ ਪਿੱਛੇ ਦੌੜੇ। ਕਹਿੰਦੇ ਚੋਰ ਆਪਣੇ ਆਪ ਨੂੰ ਬਚਾਉਣ ਵਾਸਤੇ ਕਹਿੰਦੇ ਜਦੋਂ ਦੌੜਿਆ ਤਾਂ ਅੱਗੇ ਭਾਈ ਅਦਲੀ ਜੀ ਨਜ਼ਰ ਆ ਗਏ। ਉਹ ਤਾਂ ਜਾਣਦਾ ਨਹੀਂ ਸੀ ਕੌਣ ਹੈ, ਪਰ ਉਹਨੇ ਦੇਖਿਆ ਕਿ ਇਸ ਵੇਲੇ ਜਿਹੜਾ ਕੋਈ ਚੌਂਕੜਾ ਮਾਰ ਕੇ ਬੈਠਾ ਹੈ ਉਹ ਰੱਬ ਦੀ ਯਾਦ ਵਿੱਚ ਹੀ ਬੈਠਾ ਹੋਏਗਾ। ਕਿਸੇ ਪ੍ਰੇਮੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਪਹਿਲੇ ਪੈਰੇ ਸਭ ਕੋਈ ਜਾਗੇ। ਪਹਿਲਾ ਪੈਰ ਦੱਸ ਦੀ ਕਦੀ ਕਥਾ ਕੀਤੀ ਹੋਈ 6 ਤੋਂ ਲੈ ਕੇ 9 ਵਜੇ ਤੱਕ ਆ ਪਹਿਲਾ ਪੈਰ ਚੱਲ ਰਿਹਾ, ਇਹ ਸਾਰੇ ਜਾਗ ਰਹੇ ਹੁੰਦੇ। ਦੂਜੇ ਪੈਰੇ ਭੋਗੀ, ਕਹਿੰਦੇ ਜਿਹੜਾ ਦੂਜੇ ਪੈਰੇ ਫਿਰ ਇਨਸਾਨ ਭੋਗ ਜੋ ਮੇਰੇ ਨਾਲ ਜ਼ਿਆਦਾ ਸਮਝ। ਕਹਿੰਦੇ ਤੀਜੇ ਪੈਰੇ ਤਸਕਰ ਜਾਗੇ। ਤੀਜਾ ਜਦੋਂ ਪੈਰ ਆਉਂਦਾ ਕਹਿੰਦੇ ਚੋਰ ਜਾਗ ਪੈਂਦੇ ਹਨ। ਕਹਿੰਦੇ ਚੌਥੇ ਪੈਰੇ ਜੋਗੀ। ਕਹਿੰਦੇ ਜਦੋਂ ਚੌਥਾ ਪੈਰ ਸ਼ੁਰੂ ਹੁੰਦਾ ਸਵਾ ਪੈਰ ਦਾ ਤੜਕਾ, ਉਦੋਂ ਤਾਂ ਫਿਰ ਰੱਬ ਦੀ ਉਹਨੇ ਦੇਖਿਆ ਕਿ ਸੁਬਾ ਤਾਂ ਭਗਤੀ ਕੋਈ ਜਾਗਦਾ। ਉਹ ਨੇੜੇ ਗਿਆ ਤੇ ਜਾ ਕੇ ਕਹਿਣ ਲੱਗਾ, ਰੱਬ ਦੇ ਪਿਆਰਿਓ, ਮੈਂ ਤੁਹਾਨੂੰ ਸੱਚ ਦੱਸਾਂ, ਮੈਂ ਚੋਰ ਹਾਂ ਤੇ ਮੇਰੇ ਮਗਰ ਲੱਗੀ ਭੀੜ। ਜੇ ਮੈਂ ਪਕੜਿਆ ਗਿਆ ਤਾਂ ਇੰਨੀ ਭੀੜ ਹੈ ਮੈਨੂੰ ਕੁੱਟ-ਕੁੱਟ ਕੇ ਮਾਰ ਦੇਗੀ, ਮੇਰੇ ਤੇ ਕਿਰਪਾ ਕਰੋ। ਤੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਬਾਣੀ ਜਨ ਤੇਰੇ ਜਨ ਪਰ ਉਪਕਾਰੀ ਆਏ, ਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ, ਉਹ ਤਾਂ ਬੁਰੇ ਦੇ ਉੱਪਰ ਚੰਗਿਆਈਆਂ ਕਰਦੇ ਹਨ। ਚੰਗਾ ਤਾਂ ਚੰਗਾ ਪਹਿਲਾਂ ਹੀ ਸਤਸੰਗੀ ਜਨੋ। ਇਸੇ ਕਰਕੇ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਲੱਭਦੇ ਫਿਰਦੇ ਕਿੱਥੇ ਔਗਣਾਂ ਦਾ ਭਰਿਆ ਭੂਮੀਆਂ ਡਾਕੂ ਬੈਠਾ ਹੈ, ਕਿੱਥੇ ਬੁਰਾਈਆਂ ਦਾ ਭਰਿਆ ਹੋਇਆ ਸੱਜਣ ਠੱਗ ਬੈਠਾ ਹੈ। ਮੈਂ ਉਹਦੀਆਂ ਬੁਰਾਈਆਂ ਕੱਢਾਂ ਤਾਂ ਉਹਦੇ ਅੰਦਰ ਗੁਣ ਭਰਪੂਰ ਕਰਾਂ। ਕਹਿੰਦੇ ਉਹ ਕਹਿਣ ਲੱਗਾ ਕਿ ਰੱਬ ਦੇ ਪਿਆਰੋ ਮੈਨੂੰ ਬਚਾ ਲਓ। ਕਹਿੰਦੇ ਭਾਈ ਅਦਲੀ ਜੀ ਨੇ ਪਤਾ ਕੀ ਕੀਤਾ, ਜਿਹੜੀ ਚੱਦਰ ਉੱਪਰ ਲੈ ਸੀ ਨਾ ਉਹ ਚੱਕੀ। ਕਹਿੰਦੇ ਰੱਬ ਦੇ ਪਿਆਰਿਆ, ਕਹਿੰਦੇ ਆ ਮੇਰੇ ਨਾਲ ਬੈਠ, ਮੈਂ ਰੱਬ ਦਾ ਨਾਮ ਜਪਦਾ, ਤੂੰ ਵੀ ਰੱਬ ਦਾ ਨਾਮ ਜਪ। ਹੁਣ ਉਹ ਕੋਲ ਬੈਠ ਗਿਆ। ਹੁਣ ਅੱਗੇ ਭਾਈ ਅਦਲੀ ਜੀ ਕਹਿੰਦੇ ਹਨ ਵਾਹਿਗੁਰੂ, ਪਿੱਛੇ ਉਹ ਕਹਿੰਦਾ ਹੈ ਵਾਹਿਗੁਰੂ, ਫਿਰ ਭਾਈ ਅਦਲੀ ਜੀ ਕਹਿੰਦੇ ਹਨ ਵਾਹਿਗੁਰੂ, ਫਿਰ ਉਹ ਕਹਿੰਦਾ ਹੈ ਵਾਹਿਗੁਰੂ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੇ ਆਪਣੇ ਬਚਨ, ਗੁਰੂ ਸਾਹਿਬ ਨੇ ਬਚਨ ਬੜਾ ਸੋਹਣਾ ਕਿਹਾ, ਕਹਿੰਦੇ ਗੁਰਮੰਤਰ ਦਿਰੜਾਏ ਹਰ ਰਸਕ ਰਸਾਈ। ਕਹਿੰਦੇ ਜਦੋਂ ਤੂੰ ਗੁਰਮੰਤਰ ਦੀ ਕਮਾਈ ਕਰੇਗਾ ਨਾ, ਕਹਿੰਦੇ ਤੇਰੇ ਅੰਦਰ ਪਤਾ ਕੀ ਅਵਸਥਾ ਬਣੇਗੀ, ਤੇਰਾ ਮਨ ਉਸ ਪਰਮਾਤਮਾ ਦੇ ਵਿੱਚ ਤਦਾਕਾਰ ਹੋ ਜਾਵੇਗਾ, ਉਸ ਦੇ ਵਿੱਚ ਹੀ ਅਪੇਦ ਹੋ ਜਾਵੇਗਾ। ਕਹਿੰਦੇ ਹੁਣ ਜਦੋਂ ਭਾਈ, ਮੈਂ ਆਪ ਜੀ ਨੂੰ ਬੇਨਤੀ ਕਰਾਂ, ਦੋ ਗੱਲਾਂ ਹਨ ਇੱਥੇ, ਇੱਕ ਤਾਂ ਵਾਹਿਗੁਰੂ ਪਰਮਾਤਮਾ ਦਾ ਨਾਮ ਤੇ ਦੂਜਾ ਭਾਈ ਅਦਲੀ ਜੀ ਦਾ ਔਰਾ ਸਮਝਦੇ ਹੋ, ਵੇਵਸ, ਤਰੰਗਾ। ਜਿਵੇਂ ਆਪਾਂ ਗੁਰੂਆਂ ਦੀਆਂ ਫੋਟੋਆਂ ਦੇਖਦੇ ਪਿੱਛੇ ਪ੍ਰਕਾਸ਼ ਹੁੰਦਾ, ਉਹ ਪ੍ਰਕਾਸ਼ ਔਰਾ ਹੈ ਸਤਸੰਗੀ ਜਨੋ। ਔਰਾ ਬੁਰੇ ਆਦਮੀ ਦੇ ਖਿਆਲਾਂ ਵਾਲੇ ਦਾ ਬੁਰਾ, ਚੰਗੇ ਖਿਆਲਾਂ ਵਾਲੇ ਦਾ ਚੰਗਾ ਔਰਾ ਹੋਏਗਾ। ਇਸੇ ਕਰਕੇ ਭਗਤ ਕਬੀਰ ਜੀ ਨੇ ਬੜੇ ਸੋਹਣੇ ਬਚਨ ਆਖੇ, ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਹੁਣ ਉਹਨਾਂ ਦੇ ਕਹਿਣ ਦਾ ਮਤਲਬ ਸਾਖਤ ਕਹਿੰਦੇ ਹਨ ਜਿਹੜਾ ਨਿੰਦਕ ਆਦਮੀ ਹੈ, ਜਿਹੜਾ ਰੱਬ ਤੇ ਭਰੋਸਾ ਨਹੀਂ ਰੱਖਦਾ, ਰੱਬ ਨਾਲ ਪ੍ਰੇਮ ਨਹੀਂ ਕਰਦਾ, ਉਹ ਸਾਖਤ ਹੁੰਦਾ ਹੈ। ਜਿਹੜਾ ਦੂਜਿਆਂ ਨੂੰ ਰੱਬ ਦੇ ਨਾਲੋਂ ਤੋੜਦਾ, ਕਬੀਰ ਜੀ ਕਹਿੰਦੇ ਸਾਖਤ ਦੇ ਨੇੜੇ ਨਾ ਚਲਾ ਜੇ। ਕਹਿੰਦੇ ਕਿਉਂ? ਕਹਿੰਦੇ ਉਹਦੇ ਔਰੇ ਦਾ ਵੀ ਤੇਰੇ ਤੇ ਪ੍ਰਭਾਵ ਪੈ ਜਾਏਗਾ। ਤੇ ਹੁਣ ਭਾਈ ਅਦਲੀ ਜੀ ਜਦੋਂ ਵਾਹਿਗੁਰੂ ਕਹਿੰਦੇ ਹਨ, ਇੱਕ ਤਾਂ ਭਾਈ ਅਦਲੀ ਜੀ ਦਾ ਆਪਣਾ ਔਰਾ, ਕਹਿੰਦੇ ਥੋੜੇ ਚਿਰ ਚ ਚੋਰ ਦਾ ਵੀ ਮਨ ਇਕਾਗਰ ਹੋ ਗਿਆ। ਤੇ ਦਾਸ ਤਕਰੀਬਨ ਬੇਨਤੀ ਕਰਿਆ ਕਰਦਾ, ਪਿਆਰੋ ਇੱਕ ਗੱਲ ਦਾ ਧਿਆਨ ਰੱਖਿਓ, ਚੋਰੀ ਵਾਸਤੇ ਤੇ ਭਗਤੀ ਦੇ ਵਾਸਤੇ ਇਨਸਾਈਡ ਬੰਦੇ ਦੇ ਕੁਝ ਗੱਲਾਂ ਬੜੀਆਂ ਪੈਰਲਲ ਹਨ। ਮੈਂ ਦੁਬਾਰਾ ਬੇਨਤੀ ਕਰ ਦੇਵਾਂ, ਚੋਰੀ ਵਾਸਤੇ ਤੇ ਭਗਤੀ ਵਾਸਤੇ, ਭਾਵ ਬੁਰੇ ਕਰਮਾਂ ਵਾਸਤੇ ਤੇ ਰੱਬ ਦੇ ਮਾਰਗ ਤੇ ਚੱਲਣ ਲਈ ਅੰਦਰ ਦੀਆਂ ਗੱਲਾਂ ਬਿਲਕੁਲ ਪੈਰਲਲ ਹਨ, ਬਿਲਕੁਲ ਬਰਾਬਰ ਹਨ। ਹੁਣ ਆਮ ਇਨਸਾਨ ਕਹੇਗਾ ਜੀ ਚੋਰੀ ਕਿੱਧਰ ਦੀ ਗੱਲ ਤੇ ਭਗਤੀ ਕਿੱਧਰ ਦੀ ਗੱਲ। ਮੈਂ ਅੰਦਰ ਦੀ ਗੱਲ ਕਰ ਰਿਹਾ, ਬਾਹਰ ਦਾ ਇਨਸਾਨ ਦੀ ਡਿਪਲੋਮੇਸੀ ਹੈ, ਅੰਦਰ ਦੀਆਂ ਗੱਲਾਂ ਪਤਾ ਕੀ ਬਰਾਬਰ ਹਨ ਸਤਸੰਗੀ ਜਨੋ। ਪਹਿਲੀ ਗੱਲ, ਪਰਮਾਤਮਾ ਦਾ ਭਗਤ ਇਕਾਗਰ, ਉਹ ਪਰਮਾਤਮਾ ਦੇ ਨਾਮ ਨਾਲ ਇਕਾਗਰ। ਚੋਰ ਵੀ ਇਕਾਗਰ, ਇਹ ਗੱਲ ਦਾ ਧਿਆਨ ਰੱਖਣਾ। ਇਕਾਗਰਤਾ ਤੋਂ ਬਿਨਾਂ ਵੱਡੀਆਂ ਵੱਡੀਆਂ ਚੋਰੀਆਂ ਨਹੀਂ ਹੋ ਸਕਦੀਆਂ। ਥੋੜਾ ਜਿਹਾ ਖਿਆਲ ਕਰੋ, ਚੋਰ ਇਕਾਗਰ ਨਾ ਹੋਵੇ, ਘਰ 'ਚ ਵੜ ਗਿਆ, ਉਹਨੇ ਕੋਈ ਚੀਜ਼ ਚੁੱਕ ਲਈ, ਘਰ ਦੇ ਮਾਲਕ ਨੇ ਖਾਂਸੀ ਕੀਤੀ ਜਾਂ ਵੈਸੇ ਪਾਸਾ ਪਰਤਿਆ, ਉਹਦੀ ਇਕਾਗਰਤਾ ਨਹੀਂ, ਇਕਾਗਰਤਾ ਟੁੱਟੇਗੀ, ਚੀਜ਼ ਜਿਹੜੀ ਚੱਕੀ ਆ ਉਹ ਛੁੱਟੇਗੀ, ਉਹ ਗਿਰੇਗੀ, ਖੜਾਕ ਹੋਏਗਾ, ਚੋਰ ਤਾਂ ਪਕੜਿਆ ਜਾਏਗਾ। ਚੋਰ ਅੰਦਰ ਵੀ ਇਕਾਗਰਤਾ, ਭਗਤ ਅੰਦਰ ਵੀ ਇਕਾਗਰਤਾ। ਦੂਜੀ ਗੱਲ ਸਤਸੰਗ ਨੂੰ, ਭਗਤ ਬੜੇ ਨਿਡਰ ਹੁੰਦੇ ਹਨ, ਭਗਤ ਕਦੀ ਕਿਸੇ ਡਰਦੇ ਨਹੀਂ ਹਨ।
5-5 7-7 ਸਾਲ ਦੇ ਬੱਚਿਆਂ ਦਾ ਜਦੋਂ ਆਪਾ ਤਿਆਰ, ਜਿਹਨੂੰ ਭਗਤ ਕਬੀਰ ਜੀ ਨੇ ਕਿਹਾ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਹੁਣ ਹਰਨਾਕਸ਼ ਸਤਸੰਗੀ ਜੀ ਕਰ ਹਰਨਾਕਸ਼ ਦੈਂਤ ਦੇ ਕੱਲਰ ਕਵਲ ਭਗਤ ਪ੍ਰਹਿਲਾਦ, ਹਰਨਾਕਸ਼ ਆਪਣੇ ਬੇਟੇ ਨੂੰ ਮਾਰਨਾ ਚਾਹ ਰਿਹਾ। ਪਤਾ ਕਿਉਂ ਮਾਰਨਾ ਚਾਹੁੰਦਾ ਸੀ? ਕਿਉਂਕਿ ਉਹਦਾ ਅਹੰਕਾਰ ਇੰਨਾ ਪ੍ਰੋੜ ਹੋ ਗਿਆ। ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖ ਨੂੰ ਕਿਹਾ ਸਿੱਖਾ ਬਸ ਜਿੱਥੇ ਤੇਰੇ ਅੰਦਰ ਥੋੜਾ ਜਿਹਾ ਅਹੰਕਾਰ ਉਤਪੰਨ ਹੋਣ ਲੱਗੇ ਨਾ ਉੱਥੇ ਉਹਨੂੰ ਦਬਾ ਦੇ। ਪਤਾ ਕਿਉਂ ਕਿਹਾ ਸਤਸੰਗੀਆਂ ਨੂੰ? ਕਿਉਂਕਿ ਅਹੰਕਾਰ ਵੱਧਦਾ ਬੰਦੇ ਦਾ ਇੰਨਾ ਵੱਡਾ ਹੋ ਜਾਂਦਾ ਹੈ ਕਿ ਅਖੀਰ 'ਚ ਬੰਦਾ ਕਹਿੰਦਾ ਮੈਂ ਰੱਬ ਤੋਂ ਵੀ ਵੱਡਾ। ਉਹ ਅਹੰਕਾਰੀ ਬੰਦੇ ਦੀ ਅਵਸਥਾ ਬਣਦੀ ਹੈ, ਜਿਹਦੀ ਉਦਾਹਰਨ ਮਿਲਦੀ ਹਨ ਰਾਵਣ ਵਰਗੇ ਸਤਸੰਗੀ ਜੀ ਨੂੰ, ਜਿਹਦੀ ਉਦਾਹਰਨ ਮਿਲਦੀ ਹੈ ਹਰਨਾਕਸ਼ ਵਰਗੇ, ਜਿਹਦੀ ਉਦਾਹਰਨ ਮਿਲਦੀ ਹੈ ਜਦੋਂ ਆਪਾਂ ਅੰਮ੍ਰਿਤਸਰ ਜਾਓ ਦੁੱਖ ਭੰਜਨੀ, ਜਿਹੜਾ ਰਜਨੀ ਦਾ ਪਿਓ ਸੀ ਦੁਨੀ ਚੰਦ ਸਤਸੰਗੀ, ਉਹਦੇ ਵਰਗਿਆਂ ਦੀ। ਆਪਣੀ ਬੇਟੀ ਨੂੰ ਕਹਿੰਦਾ ਸੀਗਾ ਪਾਲਕ ਮੈਂ ਹਾਂ, ਰੋਜ਼ੀ ਰੋਟੀ ਮੈਂ ਦਿੰਦਾ ਹਾਂ, ਸਭ ਕੁਝ ਮੈਂ ਕਰਦਾ, ਕੋਈ ਰੱਬ ਨਹੀਂ ਹੈ। ਥੋੜਾ ਜਿਹਾ ਬੱਚਿਆਂ ਨੂੰ ਚੁੱਪ ਕਰੋ। ਤੇ ਦਾਸ ਬੇਨਤੀ ਕਰ ਰਹੇ ਸੀ ਅਹੰਕਾਰ ਕੋਈ ਨਹੀਂ, ਬੱਚਿਆਂ ਵੱਲ ਨਾ ਹੁਣ ਧਿਆਨ ਦਿਓ, ਉਹ ਬੱਚੇ ਆਪੇ ਮਾਵਾਂ ਸਾਹਮਣੇ, ਤੁਸੀਂ ਆਪਣੀ ਇਕਾਗਰਤਾ ਬਣਾਈ ਰੱਖੋ ਕਿਉਂਕਿ ਤੁਹਾਡੀ ਇਕਾਗਰਤਾ 'ਚ ਮੇਰੀ ਇਕਾਗਰਤਾ ਬਣਦੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਨਾ ਹੈ, ਹਰਨਾਕਸ਼ ਦਾ ਅਹੰਕਾਰ ਇੰਨਾ ਪ੍ਰੋੜ ਹੋ ਗਿਆ। ਰਾਜਾ ਸੀ ਤੂੰ ਆਪਣੀ ਪਬਲਿਕ ਨੂੰ ਕਹਿੰਦਾ ਸੀ ਜਪਿਆ ਕਰੋ ਜਲੇ ਹਰਨਾਕਸ਼ ਥਲੇ ਹਰਨਾਕਸ਼। ਤਾਂ ਜਦੋਂ ਦੇਵਤੇ ਵੀ ਤੰਗ ਆ ਗਏ ਨਾ, ਫਿਰ ਉਹਨਾਂ ਨੇ ਪੁਕਾਰ ਕੀਤੀ ਤਾਂ ਰੱਬ ਕਹਿੰਦਾ ਚੰਗਾ ਹੁਣ ਇਹਦੇ ਘਰ 'ਚ ਹੀ ਪੈਦਾ ਕਰ ਦਿਆਂਗਾ ਮੈਂ। ਤਾਂ ਰੱਬ ਨੂੰ ਕਰਨਾ ਕੁਝ ਕੀ ਔਖਾ ਸਤਸੰਗੀ ਜਨ। ਤਾਂ ਉਹਨੇ ਉਹਦੇ ਘਰ 'ਚ ਹੀ, ਮੈਂ ਆਪ ਜੀ ਨੂੰ ਬੇਨਤੀ ਇਹ ਕਰ ਰਿਹਾ ਕਿ ਉਹਦੇ ਘਰ ਦੇ ਵਿੱਚ ਹੀ ਉਹ ਹੁਣ ਹਰਨਾਕਸ਼ ਆਪਣੇ ਬੇਟੇ ਨੂੰ ਮਾਰਨਾ ਚਾਹ ਰਿਹਾ। ਉਹਨੂੰ ਸੱਪਾਂ 'ਚ ਬਿਠਾਇਆ, ਉਹਨੂੰ ਅੱਗ ਦੇ ਵਿੱਚ ਬਿਠਾਇਆ, ਉਹਨੂੰ ਨਦੀ ਦੇ ਵਿੱਚ ਸੁੱਟਿਆ, ਪਹਾੜਾਂ ਤੋਂ ਸੁੱਟਿਆ। ਪਰ ਗੁਰੂ ਪਾਤਸ਼ਾਹ ਕਹਿੰਦਾ ਨਿਰਭਉ ਬਾਲਕ ਮੂਲ ਨ ਡਰੀ। ਕਹਿੰਦੇ ਉਹ 5 ਸਾਲ ਦਾ ਬੱਚਾ। ਮੈਂ ਬੇਨਤੀ ਕਰ ਰਿਹਾ ਸਤਸੰਗੀ ਨੂੰ, ਜਿਹੜੇ ਭਗਤ ਹੁੰਦੇ ਹਨ ਉਹ ਨਿਡਰ ਹੁੰਦੇ ਹਨ। ਆਪਣੇ ਛੋਟੇ ਛੋਟੇ ਸਾਹਿਬਜ਼ਾਦੇ ਸੂਬੇ ਸਰਹੰਦ ਨੂੰ ਕਹਿ ਰਿਹਾ ਕਿਹੜੀਆਂ ਗੱਲਾਂ ਕਰਦਾ ਤੂੰ ਸੋਚੇਗਾ ਅਸੀਂ ਇਸਲਾਮ ਧਰਮ ਕਬੂਲ ਕਰ ਲਾਂਗੇ। ਭਗਤ ਨਿਡਰ। ਤੇ ਇਹ ਗੱਲ ਦਾ ਧਿਆਨ ਰੱਖਣਾ, ਚੋਰ ਵੀ ਬੜੇ ਨਿਡਰ ਹੁੰਦੇ ਹਨ, ਉਹ ਵੀ ਛੇਤੀ ਕਿਤੇ ਨਹੀਂ ਡਰਦੇ ਹਨ। 2 ਗੱਲਾਂ ਬਰਾਬਰ ਸਤਸੰਗੀ ਜੀ ਨੂੰ। ਤੀਜੀ ਗੱਲ, ਜਿਹੜਾ ਚੋਰੀ ਹੈ ਇਹਦੇ ਲਈ ਵੀ ਬੜਾ ਸਾਹਸ ਚਾਹੀਦਾ, ਸਟਰੋਂਗ ਹਾਰਟਡ ਪੁਰਖ ਚਾਹੀਦਾ, ਬੜਾ ਹਿਰਦੇ ਦਾ ਮਜ਼ਬੂਤ ਚਾਹੀਦਾ। ਤੇ ਭਗਤੀ ਵਾਸਤੇ ਵੀ ਸਟਰੋਂਗ ਹਾਰਟਡ ਪੁਰਖ ਚਾਹੀਦਾ, ਇਰਾਦੇ ਦਾ ਪੱਕਾ ਹੋਣਾ ਚਾਹੀਦਾ। ਨਹੀਂ ਤਾਂ ਜਦੋਂ ਸਤਸੰਗ ਦੇ ਵਿੱਚ ਜੋ ਭਗਤੀਆਂ ਕਰਕੇ ਪ੍ਰਾਪਤੀਆਂ ਹੁੰਦੀਆਂ ਹਨ, ਜਦੋਂ ਉਹ ਗੱਲਾਂ ਸੁਣਦੇ ਸਾਡਾ ਵੀ ਤਾਂ ਮਨ ਕਰਦਾ ਨਾ ਕਿ ਅਸੀਂ ਵੀ ਭਗਤੀ ਕਰੀਏ। ਪਰ ਸਾਡੀ ਹਾਲਤ ਪਤਾ ਕੀ ਹੈ? ਸੰਗਤ ਵਿੱਚ ਬੈਠ ਕੇ ਇਹ ਸੋਚਿਆ ਕਿ ਸੁਬਾਹ ਉੱਠ ਕੇ 4 ਵਜੇ ਉੱਠ ਕੇ ਇਸ਼ਨਾਨ ਕਰਕੇ ਬਸ ਵਾਹਿਗੁਰੂ ਵਾਹਿਗੁਰੂ ਕਰਨਾ। ਇੱਥੇ ਸੰਕਲਪ ਬਣਾ ਲਿਆ, ਕਰ ਗਏ, ਨੀਂਦ ਨੇ ਇੰਨਾ ਜ਼ੋਰ ਪਾਇਆ, ਜਿਹੜਾ ਸੰਗਤ ਦੇ ਵਿੱਚ ਬੈਠ ਕੇ ਸੰਕਲਪ ਕੀਤਾ ਸੀ ਸਵੇਰ ਹੁੰਦੇ ਉਹ ਵਿਕਲਪ 'ਚ ਬਦਲ ਗਿਆ। ਇੰਨੇ ਕਮਜ਼ੋਰ ਆ ਹਿਰਦੇ ਦੇ। ਮੈਂ ਬੇਨਤੀ ਕਰ ਰਿਹਾ, ਚੋਰ ਵੀ ਬੜਾ ਹਿਰਦੇ ਦਾ ਮਜ਼ਬੂਤ, ਤੇ ਭਗਤੀਆਂ ਵੀ ਜਿਨ੍ਹਾਂ ਦੀਆਂ ਹਿਰਦੇ ਮਜ਼ਬੂਤ ਨਹੀਂ ਹਨ। ਜਦੋਂ ਧਰੁਵ ਦਾ ਜੀਵਨ ਪੜ੍ਹੋ, ਰਸਤੇ 'ਚ ਨਾਲ ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ, ਮੈਂ ਕੋਈ ਆਪਣੇ ਕੋਲੋਂ ਗੱਲ ਨਹੀਂ ਕਰਦਾ, ਮੈਂ ਕੋਸ਼ਿਸ਼ ਕਰਦਾ ਜਿਹੜੀ ਗੱਲ ਬਾਣੀ ਤੇ ਪੂਰੀ ਉਤਰਦੀ ਹੈ ਉਹੀ ਆਪ ਜੀ ਦੇ ਸਮਕਸ਼ ਸਾਂਝੀ ਕਰਾਂ। ਜਦੋਂ ਤੁਸੀਂ ਪੜ੍ਹੋ ਧਰੁਵ ਦਾ ਜੀਵਨ, ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ, ਧਰੁਵ ਹੱਸਦਾ ਕਰ ਆਇਆ ਕਰ, ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡਿੱਡੋ ਲਿਖਾ ਮਾਂ ਪੁੱਛੇ ਤੂੰ ਸੁਆਣੀ ਹੈ ਕਿਸ ਰੀਤਾ, ਸੁਆਣੀ ਹਾਂ ਮੈਂ ਜਨਮ ਦੀ। ਤੇ ਅੱਗੇ ਜਾ ਕੇ ਲਿਖਿਆ ਨਾਰਦ ਮੁਨ ਉਪਦੇਸਿਆ। ਮੈਂ ਆਪ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ, ਕਿੰਨੇ ਹਿਰਦੇ ਦੇ ਮਜ਼ਬੂਤ ਹੁੰਦੇ ਆ। ਨਾਰਦ ਮੁਨੀ ਜੀ ਰਸਤੇ 'ਚ ਮਿਲ ਗਏ ਸਨ, ਪੁੱਛਿਆ ਧਰੁਵ ਨੂੰ ਕੌਣ ਹੈ? ਕਹਿੰਦੇ ਜੀ ਧਰੁਵ। ਕਹਿੰਦੇ ਕਿੱਥੇ ਚੱਲੇ? ਕਹਿੰਦਾ ਭਗਤੀ ਕਰਨ। ਕਿਹਦਾ ਬੇਟਾ? ਕਹਿੰਦਾ ਪੁੱਤ ਥਾਮ ਪਾਦ ਰਾਜੇ ਦਾ ਬੇਟਾ ਹੈ। ਤੇ ਉਹਨਾਂ ਨੇ ਕਿਹਾ ਸੀਗਾ ਬੇਟਾ ਭਗਤੀਆਂ ਕਰਨੀਆਂ ਸੌਖੀਆਂ ਨਹੀਂ ਹੈ, ਕਰਨੀ ਕਾਹਦੇ ਲਈ ਹੈ? ਤੇ ਉਹਨੇ ਕਿਹਾ ਸੀ ਪਿਓ ਦਾ ਰਾਜ ਲੈਣਾ। ਜਦੋਂ ਕਿਹਾ ਪਿਓ ਦਾ ਰਾਜ ਲੈਣਾ, ਨਾਰਦ ਮੁਨੀ ਜੀ ਕਹਿਣ ਲੱਗੇ ਤੇਰਾ ਪਿਓ ਮੇਰੇ ਕਹਿਣੇ 'ਚ ਵਾਪਸ ਚੱਲ, ਤੈਨੂੰ ਅੱਧਾ ਰਾਜ ਮੈਂ ਹੁਣੇ ਹੀ ਦਵਾਨਾ, ਭਗਤੀ ਕਰਨੀ ਸੌਖੀ ਜੀ ਨਹੀਂ ਹੈ। ਤੇ ਉਹਨਾਂ ਨੇ ਪਤਾ ਕੀ ਕਿਹਾ ਸੀਗਾ? ਕਹਿੰਦੇ ਜੀ ਤੁਸੀਂ ਨਾਰਦ ਮੁਨੀ ਨਹੀਂ ਹੋ ਸਕਦੇ। 5 ਸਾਲ ਦੇ ਬੱਚੇ ਨੇ ਇਹ ਗੱਲ ਕਹਿ ਦਿੱਤੀ। ਉਹ ਕਹਿੰਦਾ ਕਿਵੇਂ? ਤੈਨੂੰ ਇੰਨੇ ਕੌਨਫੀਡੈਂਸ ਨਾਲ ਕਹਿ ਰਿਹਾ ਕਿ ਮੈਂ ਨਾਲ, ਤੂੰ ਕਿਵੇਂ ਕਹਿ ਰਿਹਾ? ਉਹ ਕਹਿੰਦਾ ਜੀ ਮੇਰੀ ਮਾਂ ਨੇ ਮੈਨੂੰ ਇਹ ਸਿਖਾਇਆ ਸੁਣਾਇਆ ਕਿ ਨਾਰਦ ਮੁਨੀ ਜੀ ਰੱਬ ਨਾਲ ਜੋੜਦੇ ਆ, ਭਗਤੀ ਦੀ ਪ੍ਰੇਰਨਾ ਦਿੰਦੇ। ਤੁਸੀਂ ਮੈਨੂੰ ਭਗਤੀ ਤੋਂ ਰੋਕ ਰਹੇ ਹੋ ਤਾਂ ਤੁਸੀਂ ਨਾਰਦ ਮੁਨੀ ਜੀ ਕਿਵੇਂ ਹੋ ਸਕਦੇ ਹੋ? ਫਿਰ ਨਾਰਦ ਮੁਨੀ ਜੀ ਦੇਖ ਰਿਹਾ ਸੀ ਹਿਰਦੇ ਦਾ ਬੜਾ ਮਜ਼ਬੂਤ ਹੈ, ਇਹ ਵਾਪਸ ਨਹੀਂ ਜਾਏਗਾ।
ਫਿਰ ਭਾਈ ਗੁਰਦਾਸ ਨੇ ਲਿਖੇ ਨਾਰਦ ਮੁਨ ਉਪਦੇਸਿਆ, ਉੱਥੇ ਗੁਰਮੰਤਰ ਦੇ ਦਿੱਤਾ। ਮੈਂ ਆਪ ਜੀ ਨੂੰ ਬੇਨਤੀ ਇਹ ਕਰਨੀ ਚਾਹ ਰਿਹਾ, ਇਹ ਸਾਰੇ ਦ੍ਰਿਸ਼ਟਾਂਤ ਮੈਂ ਤਾਂ ਦੇ ਰਿਹਾ ਕਿ ਭਗਤ ਇੰਨੇ ਹਿਰਦੇ ਦੇ ਮਜ਼ਬੂਤ ਹੁੰਦੇ ਹਨ। ਕੋਈ ਰੋਕਣਾ ਚਾਹੇ ਉਹਨਾਂ ਨੂੰ ਭਗਤੀ ਤੋਂ ਰੋਕ ਨਹੀਂ ਸਕਦਾ, ਕੋਈ ਉਹਨਾਂ ਨੂੰ ਸ਼ੁਭ ਕਰਮਾਂ ਤੋਂ ਰੋਕਣਾ ਚਾਹੇ ਰੋਕ ਨਹੀਂ ਸਕਦਾ, ਕੋਈ ਉਹਨਾਂ ਨੂੰ ਸੇਵਾ ਕਰਨ ਤੋਂ ਰੋਕਣਾ ਚਾਹੇ ਕੋਈ ਰੋਕ ਨਹੀਂ ਸਕਦਾ ਸਤਸੰਗੀ ਜਨੋਂ। ਤਾਂ ਜਿਹੜਾ ਚੋਰ ਆ ਉਹ ਵੀ ਹਿਰਦੇ ਦਾ ਬੜਾ ਮਜ਼ਬੂਤ ਹੈ। ਤਿੰਨ ਗੱਲਾਂ ਬਰਾਬਰ। ਚੌਥੀ ਗੱਲ ਇਹਨਾਂ ਦੀ ਪਤਾ ਕੀ ਬਰਾਬਰ ਹੈ? ਭਗਤੀ ਵੀ ਸਤਸੰਗੀ ਜਨੋਂ ਗਿਆਨ ਦੇ ਨਾਲ ਹੁੰਦੀ ਹੈ, ਨਹੀਂ ਤਾਂ ਬੜੇ ਇਨਸਾਨ ਔਜੜ ਰਸਤੇ ਪੈ ਜਾਂਦੇ ਹਨ। ਪਰ ਮੈਂ ਹੁਣ ਇੱਕ ਬੇਨਤੀ ਕਰਦੇ ਵਾਂ, ਗਿਆਨ ਹੋਣਾ ਵੱਖਰੀ ਗੱਲ ਹੈ, ਗਿਆਨ ਜੀਵਨ ਦੇ ਵਿੱਚ ਪੂਰਾ ਉਤਰਾਣਾ ਵੱਖਰੀ ਗੱਲ ਹੈ। ਇਸੇ ਕਰਕੇ ਗੁਰਮਤਿ ਵਿੱਚ ਦੋ ਲਫ਼ਜ਼ ਬੜੇ ਸੋਹਣੇ ਹਨ, ਇੱਕ ਹੈ ਸਤਸੰਗੀ ਨੂੰ ਪਾਰਦਰਸ਼ੀ ਤੇ ਇੱਕ ਹੈ ਪਾਰਗ੍ਰਾਮੀ। ਇਹਨੂੰ ਆਪਾਂ ਕਹਿ ਸਕਦੇ ਇੱਕ ਹੈ ਗਿਆਨੀ, ਇੱਕ ਹੈ ਬ੍ਰਹਮ ਗਿਆਨੀ। ਸਤਸੰਗੀ ਜੀ ਬੜਾ ਅੰਤਰ ਹੈ। ਪਾਰਦਰਸ਼ੀ ਕੌਣ ਹੈ? ਪਾਰਦਰਸ਼ੀ ਉਹ ਹੈ ਜਿਹਨੂੰ ਪਤਾ ਹੈ ਕਿ ਆਹ ਇੱਕ ਹੈ ਵਿਚਕਾਰ ਦਰਿਆ, ਜਿਹਨੂੰ ਆਪਾਂ ਭਵਸਾਗਰ ਕਹਿੰਦੇ ਹਾਂ ਗੁਰਮਤਿ ਦੇ ਵਿੱਚ, ਕਿ ਆਪਾਂ ਭਵਸਾਗਰ ਨੂੰ ਪਾਰ ਕਰਨਾ। ਮੱਕੀ ਗਿਆਨੀ ਬੰਦੇ ਨੂੰ ਗਿਆਨ ਹੈ ਕਿ ਉਹਨੂੰ ਪਾਰ ਕਿਵੇਂ ਕਰਨਾ, ਉਹਨੂੰ ਗਿਆਨ ਹੈ ਕਿ ਪਰਲੇ ਪਾਸੇ ਕੀ ਮਿਲਦਾ ਹੈ, ਪਰ ਨਾ ਉਹਨੇ ਪਾਰ ਕੀਤਾ। ਗਿਆਨ ਹੈ ਉਹਦੇ ਕੋਲ ਸਤਸੰਗੀ। ਗਿਆਨੀ ਬੰਦਾ ਉਹ ਹੈ ਜਿਹਨੂੰ ਪਤਾ ਹੈ ਕਿ ਕੀ ਹੈ ਰਸਤੇ 'ਚ, ਕਿਹੜੀਆਂ ਔਕੜਾਂ ਹਨ, ਕਿਵੇਂ ਪਾਰ ਕਰਨਾ, ਇਹ ਸਭ ਕੁਝ ਪਤਾ ਹੈ ਉਹਨੂੰ। ਇਹ ਵੀ ਪਤਾ ਪਰਲੇ ਪਾਸੇ ਕੀ ਹੈ, ਪਰ ਉਹਨੇ ਮਿਹਨਤ ਨਹੀਂ ਕੀਤੀ ਸਤਸੰਗੀ। ਗਿਆਨ ਤਾਂ ਇਕੱਠਾ ਕਰ ਲਿਆ। ਤੇ ਦੂਜੇ ਪਾਸੇ ਬ੍ਰਹਮ ਗਿਆਨੀ ਆ, ਪਾਰਗ੍ਰਾਮੀ ਆ। ਪਾਰਗ੍ਰਾਮੀ ਦਾ ਕਿ ਗ੍ਰਾਮ, ਪਿੰਡ, ਸ਼ਹਿਰ, ਜਿਹਨੇ ਫਿਰ ਪਾਰ ਕਰਕੇ ਪਰਲੇ ਪਾਸੇ ਰਹਿਣਾ ਹੀ ਸ਼ੁਰੂ ਕਰ ਦਿੱਤਾ। ਇਸੇ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਾਂ, ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ, ਬ੍ਰਹਮ ਗਿਆਨੀ ਕੇ ਮਨ ਪਰਮਾਨੰਦ। ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਕਿ ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀਏ, ਅਕਲੀ ਕੀ ਚਾਹੀਦਾ। ਤੇ ਜਿਹੜੀਆਂ ਵੱਡੀਆਂ ਵੱਡੀਆਂ ਚੋਰੀਆਂ ਹੁੰਦੀਆਂ ਨਾ ਤੁਹਾਡੇ ਅਮਰੀਕਾ ਵਰਗੇ ਆ, ਬੈਂਕ ਡਕੈਤੀਆਂ, ਇਹ ਵੀ ਅਕਲ ਤੋਂ ਬਿਨਾਂ ਕੋਈ ਨਹੀਂ ਹੁੰਦੀਆਂ, ਇਹ ਵੀ ਸੈਂਸ ਨਾਲ ਹੀ ਹੁੰਦੀਆਂ, ਅਕਲ ਨਾਲ ਹੀ ਹੁੰਦੀਆਂ। ਚਾਰ ਗੱਲਾਂ ਬਰਾਬਰ। ਪੰਜਵੀਂ ਗੱਲ ਇਹਨਾਂ ਦੇ ਪਤਾ ਕੀ ਬਰਾਬਰ ਹੈ ਸਤਸੰਗੀ ਨੂੰ? ਚੋਰ ਵੀ ਰਾਤ ਨੂੰ ਜਾਗਦੇ ਤੇ ਭਗਤ ਵੀ ਰਾਤ ਨੂੰ ਜਾਗਦੇ ਆ। ਹੁਣ ਮੈਂ ਤੁਹਾਨੂੰ ਇਹਨਾਂ ਦਾ ਅੰਤਰ ਦੱਸ ਦਿਆਂ, ਇਹ ਬੜਾ ਜ਼ਰੂਰੀ ਹੈ। ਇੱਕ ਦੇ ਅੰਦਰ ਦੀ ਇਕਾਗਰਤਾ, ਇੱਕ ਦੇ ਅੰਦਰ ਦੀ ਨਿਡਰਤਾ, ਇੱਕ ਦੇ ਅੰਦਰ ਦਾ ਸਾਹਸ, ਇੱਕ ਦੇ ਅੰਦਰ ਦੀ ਬੁੱਧੀ, ਇੱਕ ਦੇ ਅੰਦਰ ਦੇ ਝਾਕਣੇ ਨੇ ਨੈਗੇਟਿਵ ਦੀ ਦਿਸ਼ਾ ਲੈ ਲਈ, ਉਹ ਚੋਰ ਉਚੱਕਾ ਡਾਕੂ ਬਣ ਗਿਆ। ਇੱਕ ਦੇ ਅੰਦਰ ਦੀ ਇਕਾਗਰਤਾ, ਇੱਕ ਦੇ ਅੰਦਰ ਦਾ ਸਾਹਸ, ਇੱਕ ਦੇ ਅੰਦਰ ਦੀ ਬੁੱਧੀ, ਇੱਕ ਦੇ ਅੰਦਰ ਦੀ ਨਿਰਭੈਤਾ ਨੇ ਪੋਜ਼ਿਟਿਵ ਦੀ ਦਿਸ਼ਾ ਲੈ ਲਈ। ਚੱਲੇ ਦੋਨੇ ਸਤਸੰਗੀ ਜੋ, ਇੱਕ ਗਲਤ ਪਾਸੇ ਚੱਲ ਪਿਆ, ਇੱਕ ਸ਼ੁਭ ਵਾਲੇ ਪਾਸੇ ਚੱਲ ਪਿਆ। ਜਿਹੜਾ ਗਲਤ ਪਾਸੇ ਚੱਲ ਪਿਆ ਉਹ ਚੋਰੂ ਚੱਕਾ ਡਾਕੂ ਬਣ ਗਿਆ, ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚੱਲ ਪਿਆ। ਇਸ ਕਰਕੇ ਗੱਲਾਂ ਅੰਦਰ ਦੀਆਂ ਬਰਾਬਰ ਹੀ ਆ ਸਤਸੰਗੀ ਜੋ। ਚੋਰ ਆ ਕੇ ਕੋਲ ਬੈਠ ਗਿਆ, ਹੁਣ ਅੱਗੇ ਅੱਗੇ ਭਾਈ ਅਦਲੀ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ, ਪਿੱਛੇ ਚੋਰ ਵਾਹਿਗੁਰੂ ਕਹਿੰਦਾ, ਉਹਦੇ ਮਨ ਦੀ ਇਕਾਗਰਤਾ ਬਣ ਗਈ। ਹੁਣ ਉਧਰ ਸਤਸੰਗ ਦਾ ਟਾਈਮ ਹੋ ਗਿਆ, ਜਦੋਂ ਆਸਾ ਕੀ ਵਾਰ ਦਾ ਕੀਰਤਨ ਹੋਣਾ ਸੀਗਾ। ਭਾਈ ਅਦਲੀ ਜੀ ਉੱਠੇ, ਕਹਿੰਦੇ ਚੰਗਾ ਭਰਾਵਾ, ਕਿਉਂਕਿ ਉਹਨੇ ਚਿਰ 'ਚ ਭੀੜ ਆਈ ਸੀ। ਇੱਕ ਵਾਰੀ ਭਾਈ ਅਦਲੀ ਜੀ ਕੋਲ ਉਹਨਾਂ ਨੇ ਪੁੱਛਿਆ ਸੀਗਾ ਕਿ ਤੁਸੀਂ ਕੋਈ ਚੋਰ ਤਾਂ ਨਹੀਂ ਦੇਖਿਆ? ਭਾਈ ਅਦਲੀ ਜੀ ਕਹਿੰਦੇ, ਪਰ ਪਿਆਰਿਓ, ਮੈਂ ਰੱਬ ਦਾ ਨਾਮ ਜਪਦਾ, ਆ ਮੇਰਾ ਸਾਥੀ ਬੈਠਾ, ਇਹ ਰੱਬ ਦਾ ਨਾਮ ਜਪਦਾ, ਤੁਹਾਡਾ ਚੋਰ ਤਾਂ ਪਕੜ ਲਓ। ਹੁਣ ਉਹਨੇ ਸੋਚਿਆ ਚੋਰ ਕਿੱਥੇ ਪਕੜਿਆ, ਚੋਰ ਕਿੱਥੇ ਨਾਮ ਜਪੇਗਾ, ਉਹ ਛੱਡ ਕੇ ਚਲੇ ਗਏ ਸਨ। ਹੁਣ ਜਦੋਂ ਭਾਈ ਅਦਲੀ ਜੀ ਉੱਠੇ ਸਨ ਉੱਥੋਂ, ਤੇ ਚੋਰ ਨੇ ਪੱਲਾ ਪਕੜ ਲਿਆ, ਕਹਿੰਦਾ ਹੁਣ ਰਸ ਦਵਾ ਕੇ ਕਿੱਥੇ ਚੱਲੇ ਆ? ਉਹ ਕਹਿੰਦੇ ਮੈਂ ਸੰਗਤ ਕਰਨ। ਕਿਹਦੀ ਸੰਗਤ ਕਰਨ? ਕਹਿੰਦੇ ਗੁਰੂ ਦੀ ਸੰਗਤ ਕਰਨ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਭਗਤ ਕਬੀਰ ਜੀ ਨੇ ਬੜੇ ਸੋਹਣੇ ਬਚਨ ਰੱਖਿਆ, ਕਹਿੰਦੇ ਪਿਆਰਿਓ, ਸਤਸੰਗ ਦਾ ਅਸਰ ਜੀਵ ਤੇ ਤਾਂ ਹੋਣਾ ਹੀ ਹੋਣਾ। ਉਹ ਕਹਿੰਦੇ ਸੰਗ ਦਾ ਅਸਰ ਤਾਂ ਪਾਣੀ ਤੇ ਵੀ ਹੋ ਰਿਹਾ। ਉਹ ਕਹਿੰਦੇ ਸੰਗ ਦਾ ਅਸਰ ਤਾਂ ਬਨਸਪਤੀ ਤੇ ਵੀ ਹੋ ਰਿਹਾ। ਉਹ ਕਹਿੰਦੇ ਹੋਰ ਤਾਂ ਛੱਡੋ, ਕਹਿੰਦੇ ਸੰਗ ਦਾ ਅਸਰ ਤਾਂ ਧਾਤੂ ਤੇ ਵੀ ਹੋ ਰਿਹਾ, ਪਰ ਮਟੈਲਿਕ ਤੇ ਵੀ ਹੋ ਰਿਹਾ। ਹੁਣ ਸੰਗ ਕੇ ਜੀ ਇਹ ਕਿਵੇਂ ਹੋ ਸਕਦਾ? ਭਗਤ ਕਬੀਰ ਜੀ ਦੇ ਸ਼ਬਦ ਬੜਾ ਸੋਹਣਾ, ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਹਿੰਦੇ ਕੋਈ ਨਦੀ ਚੱਲੀ ਆ ਰਹੀ ਸੀ, ਕਹਿੰਦੇ ਉਹਦਾ ਇੱਕ ਵੱਖਰਾ ਨਾਮ ਸੀ, ਪਰ ਕਹਿੰਦੇ ਜਦੋਂ ਆ ਕੇ ਉਹ ਗੰਗਾ 'ਚ ਪੈ ਗਈ। ਕਿਉਂਕਿ ਮੈਂ ਬੇਨਤੀ ਕਰਾਂ, ਸਾਰੀਆਂ ਹਿੰਦੁਸਤਾਨ ਦੀਆਂ ਨਦੀਆਂ ਦੇ ਵਿੱਚੋਂ ਗੰਗਾ ਪਵਿੱਤਰ ਮੰਨਦੇ ਹਨ, ਉਹ ਉਹਨਾਂ ਦਾ ਧਰਮ ਹੈ। ਹੁਣ ਹੋਇਆ ਕਿ ਉਹਦਾ ਕੁਝ ਵੀ ਨਾਮ ਸੀ, ਜਦੋਂ ਉਹਦਾ ਸੰਗ ਕਰ ਲਿਆ ਤਾਂ ਉਹ ਉੱਚੀ ਹੋ ਗਈ, ਛੋਟੀ ਨਹੀਂ ਹੋਈ ਸਤਸੰਗੀ ਜਨ।
ਗੰਗਾ ਦਾ ਸੰਗ ਕਰਕੇ ਉਹ ਵੀ ਗੰਗਾ ਦਾ ਰੂਪ ਬਣ ਗਈ। ਤੇ ਅੱਗੇ ਭਗਤ ਕਬੀਰ ਜੀ ਕਹਿੰਦੇ ਹਨ, ਕਹਿੰਦੇ ਬਿਗੜਿਓ ਕਬੀਰਾ ਰਾਮ ਦੁਹਾਈ, ਸਾਚ ਪਿਓ ਅਨ ਕਤੇ ਨਾ ਜਾਈ। ਕਹਿੰਦੇ ਕਬੀਰ ਇੱਥੇ ਬਿਗੜਨ ਦੇ ਅਰਥ ਪਤਾ ਕੀ ਬਦਲਣਾ। ਵੈਸੇ ਤਾਂ ਭਗਤਾਂ ਨੂੰ ਕਹਿੰਦੇ ਵਿਗੜ ਗਏ, ਕਿਉਂਕਿ ਜਦੋਂ ਮਾਂ-ਬਾਪ ਦੇ ਕਹਿਣ 'ਚ ਨਹੀਂ ਰਹਿੰਦੇ ਤਾਂ ਮਾਂ-ਬਾਪ ਇਹ ਕਹਿੰਦੇ ਕਿ ਇਹ ਵੀ ਵਿਗੜ ਗਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਪਿਤਾ ਕਲਿਆਣ ਦਾਸ ਜੀ ਨੇ ਕਹਿ ਹੀ ਦਿੱਤਾ ਸੀ, ਮੇਰਾ ਪੁੱਤਰ ਵੀ ਵਿਗੜ ਗਿਆ। ਤੇ ਇੱਧਰ ਕਬੀਰ ਜੀ ਕਹਿੰਦੇ ਹਨ, ਕਹਿੰਦੇ ਬਿਗੜਿਓ ਕਬੀਰਾ, ਕਹਿੰਦੇ ਕਬੀਰ ਵਿਗੜੇ। ਕਹਿੰਦੇ ਰਾਮ ਦੁਹਾਈ, ਕਹਿੰਦੇ ਜਦੋਂ ਉਹਨੇ ਕੈਸੋ ਕੈਸੋ ਕੂਕੀ ਨਾ ਸੁਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੂ ਸੁਨੇ ਪੁਕਾਰ। ਕਹਿੰਦੇ ਜਦੋਂ ਉਹਨੇ ਰੱਬ ਦਾ ਨਾਮ ਪੁਕਾਰਨਾ ਸ਼ੁਰੂ ਕੀਤਾ ਤੇ ਕਹਿੰਦੇ ਬਣਿਆ ਪਤਾ ਕੀ, ਕਹਿੰਦੇ ਸਾਚ ਪਿਓ, ਕਹਿੰਦੇ ਸੱਚ ਅੰਦਰ ਆ ਕੇ ਵਸ ਗਿਆ, ਅਨ ਕਤੇ ਨਾ ਜਾਈ। ਕਹਿੰਦੇ ਹੁਣ ਰੱਬ ਦਾ ਦਰ, ਰੱਬ ਦਾ ਘਰ ਛੱਡ ਕੇ ਕਿਤੇ ਹੋਰ ਨਹੀਂ ਉਹ ਤੱਕਦਾ, ਹੋਰ ਪਾਸੇ ਜਾਣ ਦਾ ਮਨ ਨਹੀਂ। ਹੁਣ ਅੱਗੇ ਉਦਾਹਰਨ ਦਿੱਤੀਆਂ, ਕਹਿੰਦੇ ਚੰਦਨ ਕੇ ਸੰਗ ਤਰਵਰ ਬਿਗੜਿਓ। ਚੰਦਨ ਤਰਵਰ ਦਰਖਤ ਨੂੰ ਕਹਿੰਦੇ, ਬਨਸਪਤੀ ਨੂੰ ਕਹਿੰਦੇ ਹਨ। ਕਹਿੰਦੇ ਚੰਦਨ ਦਾ ਸੰਗ ਕਰਕੇ ਦਰਖਤ ਵਿਗੜ ਗਿਆ ਤੇ ਵਿਗੜ ਕੇ ਬਣਿਆ ਪਤਾ ਕੀ, ਕਹਿੰਦੇ ਚੰਦਨ ਕੇ ਸੰਗ ਤਰਵਰ ਬਿਗੜਿਓ, ਸੋ ਤਰਵਰ ਚੰਦਨ ਹੋਏ ਨਿਭਰਿਓ। ਪਾਰਸ ਕੇ ਸੰਗ ਤਾਂਬਾ ਬਿਗੜਿਓ। ਕਹਿੰਦੇ ਪਾਰਸ ਦਾ ਸੰਗ ਕਰਕੇ ਤਾਂਬਾ, ਮੈਟੈਲਿਕ ਚੀਜ਼ ਸਤਸੰਗੀ ਜੋ ਕਹਿੰਦੇ ਵਿਗੜ ਗਈ। ਕਹਿੰਦੇ ਵਿਗੜ ਕੇ ਬਣੀ ਕੀ, ਕਹਿੰਦੇ ਪਾਰਸ ਕੇ ਸੰਗ ਤਾਂਬਾ ਬਿਗੜਿਓ, ਸੋ ਤਾਂਬਾ ਕੰਚਨ ਹੋਏ ਨਿਭਰਿਓ। ਅਖੀਰ ਜੀ ਕਹਿੰਦੇ ਹਨ ਬਿਗੜਿਓ ਸੰਤਨ ਸੰਗ ਕਬੀਰਾ ਬਿਗੜਿਓ। ਕਹਿੰਦੇ ਸਾਧੂਆਂ ਦਾ ਸੰਗ ਕਰਕੇ ਕਬੀਰ ਵੀ ਵਿਗੜ ਗਿਆ, ਪਰ ਕਹਿੰਦੇ ਬਣਿਆ ਕੀ, ਕਹਿੰਦੇ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰਾ ਰਾਮੈ ਹੋਏ ਨਿਭੜਿਓ। ਕਹਿੰਦੇ ਉਹ ਤਾਂ ਰੱਬ ਦਾ ਰੂਪ ਹੀ ਬਣ ਗਿਆ। ਉਹ ਕਹਿੰਦੇ ਵੀ ਮੈਂ ਤਾਂ ਗੁਰੂ ਦੀ ਸੰਗਤ ਕਰਨ ਚੱਲਿਆ। ਉਹ ਕਹਿੰਦੇ ਜੀ ਫਿਰ ਮੈਨੂੰ ਵੀ ਲੈ ਚੱਲੋ। ਕਹਿੰਦੇ ਚੱਲ ਭਰਾਵਾ। ਕਹਿੰਦੇ ਪਹੁੰਚ ਗਏ। ਕਹਿੰਦੇ ਭਾਈ ਅਦਲੀ ਜੀ ਨੇ ਜਾ ਕੇ ਮੱਥਾ ਟੇਕਿਆ। ਹੁਣ ਚੋਰ ਨੇ ਵੀ ਜਾ ਕੇ ਮੱਥਾ ਟੇਕਣਾ ਸੀ, ਦੇਖਾ ਦੇਖੀ ਤਾਂ ਥੋੜਾ ਰਸ ਵੀ ਆ ਚੁੱਕਾ ਸੀਗਾ। ਕਹਿੰਦੇ ਜਦੋਂ ਮੱਥਾ ਟੇਕਿਆ, ਕੀਰਤਨ ਹੋ ਰਿਹਾ ਸੀ, ਕੀਰਤਨ ਦੀ ਸਮਾਪਤੀ ਹੋਈ। ਉਹ ਜਿਹੜੇ ਪਕੜਨ ਵਾਲੇ ਸਨ ਨਾ ਚੋਰ ਨੂੰ, ਜਿਹੜਾ ਉਹਦਾ ਪਿੱਛਾ ਕਰ ਸਨ, ਉਹ ਪਹੁੰਚ ਗਏ। ਉਹਨਾਂ ਉੱਠ ਕੇ ਬੇਨਤੀ ਕਰ ਦਿੱਤੀ, ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦੀ ਸੰਗਤ ਵਿੱਚ ਚੋਰ ਹੈ, ਸਾਡਾ ਚੋਰ ਪਕੜਾ ਦਿਓ। ਪੰਜਵੇਂ ਪਾਤਸ਼ਾਹ ਕਹਿੰਦੇ ਇੱਥੇ ਬੈਠੇ ਇਸ ਵੇਲੇ ਮੈਨੂੰ ਸਾਰੇ ਸੰਤ ਨਜ਼ਰ ਆ ਰਹੇ ਹਨ। ਮੈਂ ਬੇਨਤੀ ਕਰਦਾ ਆਪਾਂ ਵੀ ਸੰਤ ਬਣਦੇ ਹਾਂ, ਪਰ ਥੋੜੇ ਸਮੇਂ ਵਾਸਤੇ ਬਣਦੇ ਹਾਂ। ਜਦੋਂ ਸਤਸੰਗ 'ਚ ਬਹਿ ਕੇ ਸਾਨੂੰ ਸਾਰਾ ਕੁਝ ਭੁੱਲ ਗਿਆ, ਵਿਕਾਰਾਂ ਵੱਲੋਂ ਮਨ ਹਟ ਗਿਆ, ਚਿੰਤਾ ਦੇ ਵੱਲੋਂ ਮਨ ਹਟ ਗਿਆ, ਮਨ ਸਹਿਜ ਦੇ ਵਿੱਚ ਉਹਨੇ ਸਮੇਂ ਵਾਸਤੇ ਗੁਰੂ ਦੇ ਸ਼ਬਦ ਨਾਲ ਜੁੜ ਗਿਆ, ਉਹਨੇ ਸਮੇਂ ਵਾਸਤੇ ਆਪਾਂ ਵੀ ਸੰਤ ਹੈ। ਪਰ ਜਿਹਨੇ ਆਪਾਂ ਨੂੰ ਪਰਮ ਸੰਤ ਹੋ ਜਾਂਦਾ ਉਹ ਹਰ ਵਕਤ ਹੀ ਹੈ। ਉਹਦੀ ਹਾਲਤ ਇਹ ਹੁੰਦੀ ਹੈ ਕਿ ਲੋਕ ਅੰਸ਼ ਮੇਰਾ ਠਾਠਾ ਬਾਗ। ਮੇਰੇ ਪੰਜਵੇਂ ਪਾਤਸ਼ਾਹ ਕਹਿੰਦੇ ਲੋਕੀ ਮੈਨੂੰ ਮਿਲਦੇ, ਕਹਿੰਦੇ ਲੋਕਾਂ ਨਾਲ ਮੈਂ ਹੱਸਦਾ ਖੇਡਦਾ ਗੱਲਾਂ ਬਾਤਾਂ ਕਰਦਾ, ਉਹਨਾਂ ਦੀ ਗੱਲਾਂ ਦੇ ਜਵਾਬ ਵੀ ਦਿੰਦਾ। ਪਰ ਕਹਿੰਦੇ ਲੋਕਨ ਸਿਉ ਮੇਰਾ ਠਾਠਾ ਬਾਗਾ, ਹਰ ਨਾਮ ਸਿਉ ਮੇਰਾ ਮਨ ਲਾਗਾ। ਕਹਿੰਦੇ ਅੰਦਰੋਂ ਮੇਰੀ ਸੁਰ ਰੱਬ ਨਾਲ ਜੁੜੀ ਹੋਈ ਹੈ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ, ਭਾਈ ਅਦਲੀ ਜੀ ਜਾ ਕੇ ਮੱਥਾ ਟੇਕਿਆ, ਉਹ ਪਹੁੰਚ ਕੇ ਕਹਿੰਦੇ ਸੱਚੇ ਪਾਤਸ਼ਾਹ ਸਾਡੀ ਬੇਨਤੀ, ਇੱਥੇ ਚੋਰ ਗੁਰੂ ਸਾਹਿਬ ਕਹਿੰਦੇ ਇੱਥੇ ਬੈਠੇ ਸਾਰੇ ਸੰਤ ਨਜ਼ਰ ਆ ਰਹੇ ਹਨ। ਕਹਿੰਦੇ ਤੁਸੀਂ ਕਹਿੰਦੇ ਹੋ, ਕਹਿੰਦੇ ਮੈਂ ਰੋਕਦਾ ਨਹੀਂ, ਤੁਸੀਂ ਪਹਿਚਾਨ ਕਰ ਲਓ। ਕਿਉਂਕਿ ਉਹ ਹੁਣ ਚਿਹਰਿਆਂ ਦੀ ਪਹਿਚਾਨ ਕਰਨ ਵਾਲੇ ਵੀ ਬੰਦੇ ਨਾਲ ਲਈ ਫਿਰਦੇ ਸਨ, ਜਿਹੜੇ ਚਿਹਰਿਆਂ ਦੀ ਪਹਿਚਾਨ ਕਰਦੇ। ਉਹਨਾਂ ਨੇ ਹਰ ਇੱਕ ਚਿਹਰੇ ਦੇ ਨੇੜੇ ਹੋ ਕੇ ਦੇਖਿਆ। ਉਹਨਾਂ ਨੇ ਹੱਥ ਜੋੜੇ, ਕਹਿੰਦੇ ਸੱਚੇ ਪਾਤਸ਼ਾਹ ਬਾਕੀ ਆਪ ਜੀ ਦੇ ਬਚਨਾਂ ਮੁਤਾਬਕ ਸਾਰੇ ਸੰਤ ਨਜ਼ਰ ਆ ਰਹੇ ਇੱਥੇ ਬੈਠੇ। ਪਰ ਸੱਚੇ ਪਾਤਸ਼ਾਹ ਬੇਨਤੀ ਹੈ, ਕਿਉਂਕਿ ਉਹ ਵੀ ਆਪਣਾ ਆਪ ਬਦਲ ਚੁੱਕਾ ਸੀਗਾ, ਜਿਹੜਾ ਚੋਰ ਸੀਗਾ। ਉਹ ਕਹਿਣਗੇ ਸੱਚੇ ਪਾਤਸ਼ਾਹ ਬੇਨਤੀ ਹੈ ਕਿ ਚੋਰ ਹੈ ਇੱਥੇ ਹੀ। ਪੰਜਵੇਂ ਪਾਤਸ਼ਾਹ ਕਹਿੰਦੇ ਤੁਸੀਂ ਇੰਨੇ ਕੌਨਫੀਡੈਂਸ ਨਾਲ ਕਿਵੇਂ ਕਹਿੰਦੇ ਤੁਹਾਡਾ ਚੋਰ ਇੱਥੇ ਹੈ? ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡੇ ਨਾਲ ਖੁਰਾ ਖੋਜੀ ਹਨ। ਦੋ, ਜਿਹੜਾ ਮੱਝੀਆਂ ਦੇ ਵਾੜਾਂ ਚੋਂ ਮੱਝਾਂ ਚੁਰਾਈਆਂ ਗਈਆਂ, ਉਹ ਚੋਰ ਦੀ ਜਿਹੜੀ ਪੈੜ ਹੈ ਉਹ ਆਪ ਜੀ ਦੀ ਸੰਗਤ ਤੱਕ ਆ ਕੇ ਮੁੱਕ ਜਾਂਦੀ ਹੈ। ਅੰਦਰ ਆਉਣ ਦੀ ਪੈੜ ਤਾਂ ਹੈ, ਪਰ ਬਾਹਰ ਜਾਣ ਦੀ ਪੈੜ ਨਹੀਂ। ਇਸ ਵਕਤ ਚੋਰ ਇੱਥੇ ਹੀ ਹੈ। ਜਦੋਂ ਇਹ ਬਚਨ ਕੀਤਾ ਨਾ, ਉਹ ਚੋਰ ਜਿਹੜਾ ਭਾਈ ਅਦਲੀ ਜੀ ਨਾਲ ਆਇਆ ਸੀ ਨਾ, ਉੱਠ ਕੇ ਖੜਾ ਹੋ ਗਿਆ। ਕਹਿੰਦਾ ਸੱਚੇ ਪਾਤਸ਼ਾਹ ਮੈਂ ਹੀ ਚੋਰ ਹਾਂ, ਤੇ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂ ਨਾਮੀ ਚੋਰ ਹਾਂ। ਅੱਜ ਤੱਕ ਬੜੀਆਂ ਚੋਰੀਆਂ ਕੀਤੀਆਂ। ਪਹਿਲੀ ਗੱਲ ਮੈਂ ਪਕੜਿਆ ਨਹੀਂ ਗਿਆ, ਦੂਜੀ ਗੱਲ ਜੇ ਪਕੜਿਆ ਤਾਂ ਮੈਂ ਕਬੂਲ ਨਹੀਂ ਕੀਤੀ। ਅੱਜ ਵੀ ਸੱਚੇ ਪਾਤਸ਼ਾਹ ਮੈਂ ਆਪ ਜੀ ਨੂੰ ਬੇਨਤੀ ਕਰ ਦੇਵਾਂ, ਇਹ ਜਿਹੜੇ ਕਹਿ ਰਹੇ ਨਾ ਉੱਠ ਕੇ, ਮੈਂ ਇਹਨਾਂ ਤੋਂ ਡਰਦਾ ਮਾਰਾ ਚੋਰੀ ਨਹੀਂ ਕਬੂਲ ਕਰ ਰਿਹਾ। ਸੱਚੇ ਪਾਤਸ਼ਾਹ ਚੋਰੀ ਤਾਂ ਮੈਂ ਤਾਂ ਕਬੂਲ ਕਰ ਰਿਹਾ, ਇੱਕ ਭਾਈ ਅਦਲੀ ਜੀ ਦਾ ਸੰਗ ਜਿਹੜਾ ਮਿਲ ਗਿਆ। ਭਾਈ ਅਦਲੀ ਜੀ ਦੇ ਸੰਗ ਨੇ ਕੀਤਾ ਕਿ ਤੁਹਾਡੇ ਦਰ ਤੇ ਲਿਆਇਆ।
ਮੈਂ ਆਪ ਜੀ ਨੂੰ ਬੇਨਤੀ ਕਰਾਂ, ਗੁਰਮਤਿ ਦਾ ਜਿਹੜਾ ਵੀ ਸਾਧੂ ਹੋਏਗਾ ਸਹੀ ਢੰਗ ਦੇ ਨਾਲ, ਉਹ ਆਪਣੇ ਨਾਲ ਨਹੀਂ, ਉਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੇਗਾ। ਉਹ ਕਹੇਗਾ ਸਿੱਖਾ ਤੈਨੂੰ ਕੁਝ, ਬਾਬਾ ਨੰਦ ਸਿੰਘ ਜੀ ਦਾ ਜੀਵਨ ਪੜ੍ਹ ਕੇ ਦੇਖ ਲਓ, ਬਾਬਾ ਈਸ਼ਰ ਸਿੰਘ ਜੀ ਦਾ ਨਾਨਸਰ ਵਾਲਿਆਂ ਦੇ ਜੀਵਨ ਪੜ੍ਹ ਕੇ ਦੇਖ ਲਓ। ਜਿਹੜਾ ਜਗਿਆਸੂ ਆਂਦਾ ਸੀ ਉਹਨੂੰ ਕੋਈ ਸ਼ਬਦ ਬਾਣੀ ਦਾ ਜਾਪ ਤਾਂ ਦੱਸ ਦੇਣਾ, ਪਰ ਉਹਨੂੰ ਕਹਿੰਦੇ ਸਨ ਹੁਣ ਉੱਠ ਕੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਕੋਲ ਅਰਦਾਸ ਕਰ ਤੂੰ, ਪੁਕਾਰ ਤੇਰੀ ਉੱਥੇ ਸੁਣੀ ਜਾਏਗੀ। ਤਾਂ ਮੈਂ ਬੇਨਤੀ ਕਰਾਂ ਸਤਸੰਗੀ ਜਨੋ, ਉਹ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਭਾਈ ਅਗਨੀ ਜੀ ਦਾ ਸੰਗ ਤੁਹਾਡੇ ਕੋਲ ਲਿਆਇਆ ਤੇ ਤੁਹਾਡੇ ਜਿਹੜੇ ਆਪ ਜੀ ਦੇ ਬਚਨ ਸਰਵਣ ਕਰ ਲਏ, ਕੀਰਤਨ ਰਾਹੀਂ ਤੇ ਤੁਹਾਡੇ ਮੁਖਾਰਬਿੰਦ ਤੋਂ ਕਹਿੰਦੇ 15-20 ਮਿੰਟ 'ਚ ਮੇਰੇ ਮਨ ਤੇ ਇੰਨਾ ਅਸਰ ਹੋਇਆ ਕਿ ਇੱਥੇ ਬੈਠੇ ਬੈਠੇ ਮੈਂ ਫੈਸਲਾ ਕਰ ਲਿਆ ਜ਼ਿੰਦਗੀ 'ਚ ਕਿ ਅੱਜ ਤੋਂ ਬਾਅਦ ਮੈਂ ਚੋਰੀ ਨਹੀਂ ਕਰਾਂਗਾ। ਤੇ ਸਤਸੰਗੀ ਨੂੰ ਬੰਦਾ ਪਤਾ ਕੌਣ ਸੀਗਾ? ਜਿਨ੍ਹਾਂ ਨੇ ਇਤਿਹਾਸ ਸੁਣਿਆ ਉਹ ਸੀ ਭਾਈ ਬਿਧੀ ਚੰਦ, ਜਿਹੜਾ ਚੋਰੀ ਕਰਨ ਵਾਸਤੇ, ਆਪਣੇ ਆਪ ਨੂੰ ਬਚਾਉਣ ਵਾਸਤੇ ਇੱਕ ਸਾਧੂ ਕੋਲ ਗਿਆ। ਸਾਧੂ ਨੇ ਉਹਨੂੰ ਪਹਿਲਾਂ ਨਾਮ ਜਪਾਇਆ, ਥੋੜਾ ਹਿਰਦਾ ਸ਼ੁੱਧ ਕੀਤਾ ਤਾਂ ਕਿ ਗੁਰੂ ਦੇ ਬਚਨ ਉੱਥੇ ਟਿਕ ਜਾਣ। ਮੈਂ ਬੇਨਤੀ ਕਰਾਂ, ਕਈ ਵਾਰੀ ਨਹੀਂ ਤਾਂ ਗੁਰੂ ਸਾਹਿਬ ਉਂਦੇ ਭਾਂਡੇ ਕਛ ਨ ਸਮਾਵੇ ਸਿੱਧੇ ਅਮਦ ਪਰੇ ਨਿਹਾਰ, ਜਦੋਂ ਹਿਰਦੇ ਦਾ ਬਰਤਨ ਹੀ ਬੁੱਧਾ ਪਿਆ, ਸਾਧੂ ਸਹੀ ਮੈਨੇਜ ਕਰਦਾ, ਪਤਾ ਕੀ ਹੈ, ਹਿਰਦੇ ਦਾ ਬਰਤਨ ਸਿੱਧਾ ਕਰਦਾ ਤਾਂ ਕਿ ਤੂੰ ਕੀਰਤਨ ਸੁਣੇ, ਤੂੰ ਕਥਾ ਸੁਣੇ, ਤੂੰ ਮੁਖ ਵਾਕ ਸੁਣੇ, ਤੂੰ ਰਹਿਰਾ ਸੁਣੇ, ਤੂੰ ਜਾਪ ਸਰ ਸੁਣੇ, ਤੂੰ ਸਵਈਆਂ ਦੀ ਬਾਣੀ ਸੁਣੇ, ਤੂੰ ਅਨੰਤ ਸਰ ਸੁਣੇ, ਤੇਰਾ ਹਿਰਦੇ ਦਾ ਬਰਤਨ ਸਿੱਧਾ ਹੋਵੇ ਤਾਂ ਫਿਰ ਗੁਰੂ ਦਾ ਸ਼ਬਦ ਉੱਥੇ ਟਿਕ ਜਾਵੇ। ਇਸੇ ਕਰਕੇ ਕਿਸੇ ਪ੍ਰੇਮੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਕਹਿੰਦੇ ਮਾਲੀ ਵਿਚਾਰਾ ਪਾਣੀ ਦੇ ਦੇ ਕੇ, ਗੋਡੀ ਕਰ ਕਰਕੇ, ਖਾਦ ਪਾ ਪਾ ਕੇ ਕਹਿੰਦੇ ਮਰ ਜਾਂਦਾ, ਪਰ ਕਹਿੰਦੇ ਭੋਰਾ ਆ ਕੇ ਆਂਦਾ ਤੇ ਖੁਸ਼ਬੂ ਲੈਂਦਾ, ਉੱਡ ਕੇ ਵਾਪਸ ਘਰ ਚਲੇ ਜਾਂਦਾ। ਕਹਿੰਦੇ ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ। ਕਹਿੰਦੇ ਜੋੜ ਜੋੜ ਕੇ ਸੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਕਈ ਬੰਦੇ ਪੈਸਾ ਜੋੜੀ ਜਾਂਦੇ ਆ, ਬਾਅਦ 'ਚ ਬੱਚੇ ਇਹੋ ਜਿਹੇ ਨਿਕਲਦੇ ਆ, ਉਹ ਮੌਜਾਂ ਲੈਂਦੇ, ਵਿਚਾਰਾ ਉਹ ਜੋੜਦਾ ਮਰ ਜਾਂਦਾ, ਉਹ ਮੌਜਾਂ ਲੈਂਦੇ ਆ ਜੋ ਕਿ ਮਾਂ-ਬਾਪ ਚਾਹੁੰਦੇ ਨਹੀਂ ਹੁੰਦੇ, ਉਹੋ ਜਿਹੇ ਕਰਮ ਕਰਦੇ ਆ। ਕਹਿੰਦੇ ਸਿੰਚ ਸਿੰਚ ਕੇ ਮਾਲੀ ਮਰ ਗਿਆ, ਮੌਜ ਲਈ ਭੁਰੰਗੇ ਨੇ, ਜੋੜ ਜੋੜ ਕੇ ਸੂਮ ਮਰ ਗਿਆ, ਮੌਜ ਲਈ ਵਰਤੰਗੇ ਨੇ। ਕਹਿੰਦੇ ਖੋਦ ਖੋਦ ਕੇ ਮੂਸਾ ਮਰ ਗਿਆ, ਮੌਜ ਲਈ ਭੁਜੰਗੇ ਨੇ। ਭੁਜੰਗਾ ਸੱਪ ਨੂੰ ਕਹਿੰਦੇ ਆ, ਮੂਸਾ ਚੂਹੇ ਨੂੰ ਕਹਿੰਦੇ। ਕਹਿੰਦੇ ਚੂਹਾ ਵਿਚਾਰਾ ਖੋਦੀ ਜਾਂਦਾ। ਕਹਿੰਦੇ ਬਾਅਦ 'ਚ ਕਹਿੰਦੇ ਸੱਪ ਆਂਦਾ, ਖੱਡ 'ਚ ਵੜਦਾ, ਨਾਲੇ ਪੇਟ ਭਰਦਾ ਚੂਹਾ ਖਾ ਕੇ। ਤੇ ਉਸ ਤੋਂ ਬਾਅਦ ਮੈਂ ਆਪ ਜੀ ਨੂੰ ਬੇਨਤੀ ਕਰਾਂ, ਜਿਹੜਾ ਸੱਪ ਹੈ ਨਾ, ਇੱਕ ਚੂਹਾ ਖਾ ਲਵੇ। ਮੈਂ ਇੱਕ ਵਾਰੀ ਕੈਨੇਡਾ ਦੇ ਵਿੱਚ ਕਿਸੇ ਨੇ ਸਾਨੂੰ ਉੱਥੇ ਦਿਖਾਉਣ ਲਈ ਲੈ ਗਏ ਮਿਊਜ਼ੀਅਮ, ਮੈਨੂੰ ਥੋੜਾ ਜਿਹਾ ਨੇਚਰ ਦੇ ਨਾਲ ਪਿਆਰ ਜਿਹਾ। ਉਹ ਕਹਿੰਦੀ ਇੱਥੇ ਸੱਪਾਂ ਦਾ, ਉਹ ਕੁਦਰਤੀ ਜਾਂਦੇ ਨੂੰ ਸੱਪ ਨੂੰ ਚੂਹਾ ਖਵਾ ਰਹੇ ਸਨ, ਬਿਲਕੁਲ ਜਿਉਂਦਾ ਉਹਨਾਂ ਦਾ ਪਾਲਦੇ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਇੱਕ ਚੂਹਾ ਖਾ ਕੇ ਇਹ ਸੱਪ ਕਿੰਨੀ ਦੇਰ? ਕਹਿੰਦੇ ਜੀ ਹੁਣ ਇਸ ਤੋਂ ਬਾਅਦ ਇਹਨੂੰ 1 ਮਹੀਨਾ ਕਿਸੇ ਚੀਜ਼ ਦੀ ਲੋੜ ਨਹੀਂ ਹੈ, 1 ਮਹੀਨਾ। ਤਾਂ ਉਹ ਪ੍ਰੇਮੀ ਲਿਖਦਾ ਹੈ, ਕਹਿੰਦਾ ਖੋਦ ਕੇ ਮੂਸਾ ਮਰ ਗਿਆ। ਕਹਿੰਦੇ ਮਿਹਨਤ ਤਾਂ ਸਾਰੀ ਕਹਿੰਦੇ ਚੂਹੇ ਨੇ ਕੀਤੀ, ਕਹਿੰਦੇ ਮੌਜ ਲਈ ਭੁਜੰਗੇ ਨੇ। ਅਖੀਰ 'ਚ ਉਹ ਪ੍ਰੇਮੀ ਇਹ ਕਹਿੰਦਾ ਕਹਿੰਦੇ ਖੱਪ ਸਾਰੀ ਦੁਨੀਆ ਮਰ ਗਈ, ਮੌਜ ਲਈ ਸਤਸੰਗੇ ਨੇ। ਕਹਿੰਦੇ ਦੁਨੀਆ ਤਾਂ ਕਹਿੰਦੇ ਸੰਸਾਰ ਦੇ ਕੰਮਕਾਰ ਕਰਦੀ ਜਿਉਂ ਦੇਖੋ ਪਰੇਸ਼ਾਨ ਹੀ, ਪਰ ਕਹਿੰਦੇ ਉਹ ਕੰਮ ਕਾਜ ਕਰਦੇ ਹੋਏ ਜਿਹੜਾ ਸਤਸੰਗ 'ਚ ਆਉਂਦਾ, ਗੁਰੂ ਦੇ ਬਚਨ ਸਰਵਣ ਕਰਦਾ, ਉਹਦੇ ਮੁਤਾਬਕ ਥੋੜਾ ਸਿਮਰਨ ਕਰਦਾ, ਸੇਵਾ ਕਰਦਾ, ਕਹਿੰਦੇ ਗੁਰੂ ਉਹ 'ਤੇ ਰਹਿਮਤ ਕਰਦਾ। ਫਿਰ ਉਹਦੇ ਅੰਦਰ ਦੀ ਅਵਸਥਾ ਕਹਿੰਦੇ ਸਭ ਕਾਸੇ ਦੇ ਵਿੱਚ ਰਹਿੰਦੇ ਹੋਏ ਫਿਰ ਗੁਰੂ ਦੀ ਰਹਿਮਤ ਦੁਆਰਾ ਉਹਦਾ ਹਿਰਦਾ ਸ਼ਾਂਤ ਹੋ ਜਾਂਦਾ ਹੈ। ਅੱਜ ਸਤਸੰਗ ਦੀ ਵਿਚਾਰ, ਤਾਂ ਕਿ ਸਤਸੰਗ ਦੀ ਮਹਾਨਤਾ ਆਪ ਜੀ ਨੂੰ ਪਤਾ ਚੱਲ ਸਕੇ। ਜਿੱਥੇ ਅੱਜ ਆਪ ਜੀ ਆਏ ਹੋਣ ਉੱਥੇ ਕੱਲ੍ਹ ਨੂੰ ਤੇ ਪਰਸੋਂ 2 ਦਿਨ ਹੋਰ ਸਤਸੰਗੀ ਜਨੋਂ ਪਰਿਵਾਰਾਂ ਨਾਲ ਪਿਆਰ ਹੈ। ਜਦੋਂ ਆਈਦਾ ਫਿਰ ਮਨ ਹੁੰਦਾ ਕਿ ਚਲੋ ਆਏ ਹਾਂ 2-3 ਦਿਨ ਸਤਸੰਗ ਸੰਗਤ ਵਿੱਚ ਹੀ ਹੋ ਜਾਏ, ਰੱਬ ਵਰਗੀਆਂ ਸੰਗਤਾਂ ਦੇ ਵਿੱਚ ਹੋ ਜਾਏ। ਤੇ ਕੱਲ ਸ਼ਾਮ ਦੇ ਵਕਤ ਇਸੇ ਵਕਤ 6 ਤੋਂ ਰਹਿਰਾ ਸਭ ਮੈਂ ਬੇਨਤੀ ਕਰਾਂ, ਥੋੜਾ ਜਿਹਾ ਜਦੋਂ ਆਵੋ ਸਤਸੰਗ ਅੱਗੇ ਪਿੱਛੇ ਵੀ ਇਹ ਨਹੀਂ ਹੋਣੀ, ਥੋੜਾ ਜਿਹਾ ਚਾਅ ਨਾਲ ਆਇਆ ਕਰੋ। ਅੱਜ ਤੁਸੀਂ ਜਿੰਨੇ ਆਏ ਹੋ ਚਾਅ ਨਾਲ ਆਏ, ਪਰ ਮੈਨੂੰ ਲੱਗਦਾ ਜਿੱਦਣ ਐਤਵਾਰ ਆਉਂਦੇ ਹੋ ਨਾ ਉੱਥੇ ਥੋੜਾ ਚਾਅ ਜਿਹਾ ਸਤਸੰਗ ਕਰਨ ਦਾ ਘੱਟ ਹੁੰਦਾ, ਹੋਰ ਚਾਅ ਜ਼ਿਆਦਾ ਹੁੰਦੇ, ਫਲਾਣੇ ਨੂੰ ਮਿਲ ਲਾਂਗੇ। ਗੁਰੂ ਸਾਹਿਬ ਨੇ ਬਾਣੀ 'ਚ ਬੜਾ ਸੋਹਣਾ ਕਿ ਕਹਿੰਦੇ ਭਗਤ ਕਰੇ ਆਤਮ ਕੇ ਚਾਹੇ, ਕਹਿੰਦੇ ਭਗਤੀ ਵੀ ਕਰ ਆਤਮਾ ਦੇ ਚਾਹ ਦੇ ਨਾਲ ਕਰ। ਜਦੋਂ ਤੂੰ ਚਾਹ ਨਾਲ ਕਰੇਗਾ ਕਹਿੰਦੇ ਫਿਰ ਗੁਰੂ ਵੀ ਖੁਸ਼ ਹੋਵੇਗਾ, ਗੁਰੂ ਖੁਸ਼ ਹੋਵੇਗਾ
ਤਾਂ ਹੀ ਰੱਬ ਖੁਸ਼ ਹੋਵੇਗਾ। ਕੱਲ ਜਿਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਿਚਾਰ ਆਪਰਾ ਵਰਗੀਆਂ ਸੰਗਤਾਂ ਨਾਲ ਤੁਝ ਬੁੱਧੀ ਅਨੁਸਾਰ ਕਰਨਗੇ, ਆਪਾਂ ਸਾਂਝ ਪਾਵਾਂਗੇ। ਹੁਣ ਸਮਾਂ ਹੋ ਗਿਆ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਪਿਆਰਿਓ, ਆਨੰਦ ਸਾਹਿਬ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਸਤਿਗੁਰ ਤੈ ਪਾਇਆ। ਸਹਿਜ ਸੇਤੀ ਮਨ ਵਜੀਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦੋਤ ਗਾਵੋ ਹਰੀ ਕੇਰਾ ਮਨ ਜਿਨੀ। ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੁ ਹਰਿ ਨਾਲੇ, ਹਰਿ ਨਾਲ ਰਹੁ ਤੂੰ ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭਨਾ ਗਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕੁਛ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ। ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ। ਸਾਚਾ ਨਾਮ ਮੇਰਾ, ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕੱਲਾ ਜਿਤ ਕਰ ਪੰਜ ਦੂਤ ਦਿਵਸ ਕੀਤੇ। ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ। ਨਾਮ ਹਰ ਕੇ ਲਾਗੇ, ਕਹੇ ਨਾਨਕ ਤੈਸ ਕੋਆ। ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਦੁਖ ਰੋਗ ਸੰਤਾਪ ਉਤਰੇ। ਸੋਹਣੀ ਸੱਚੀ ਬਾਣੀ, ਸੰਤ ਸਾਜਨ ਭਏ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਿਹਾ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ